ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣੋ, ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ। ਮਹਿਲਾ ਪਹਿਲਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੂਰ। ਇਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀਅਸ ਹੋਰ। ਬਾਹਰ ਤੋਤੀ ਤੁਮੜੀ, ਅੰਦਰ ਬਿਸਨ ਕੋਰ। ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾਂ ਚੋਰ। ਪੌੜੀ। ਆਪੇ ਹੁਕਮ ਚਲਾਇੰਦਾ, ਜਗਤ ਹੰਦੈ ਲਾਇਆ। ਇਕ ਆਪੇ ਹੀ ਆਪ ਲਾਇਆ ਨਾਉ, ਗੁਰ ਤੇ ਸੁਖ ਪਾਇਆ। ਦਹਿ ਦਿਸ ਇਹ ਮਨ ਧਾਵਦਾ, ਗੁਰ ਠਾਕੁਰ ਰਹਾਇਆ। ਨਾਵੈ ਨੂੰ ਸਭ ਲੋਚਦੀ, ਗੁਰਮਤੀ ਪਾਇਆ। ਧੁਰ ਲਿਖਿਆ ਮੇਟ ਨਾ ਸਕੀਐ, ਜੋ ਹਰ ਲਿਖ ਪਾਇਆ। ਧੁਰ ਲਿਖਿਆ ਮੇਟ ਨਾ ਸਕੀਐ, ਜੋ ਹਰ ਲਿਖ ਪਾਇਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ। ਸੋ ਭਾਈਮਾਨ ਗੁਰੂ ਪਿਆਰਿਓ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ। ਵੱਡੇ ਭਾਗ ਨੇ ਸਾਹਿਬਾਂ ਦੀ ਮੁਬਾਰਕ ਗੋਦ ਦਾ ਨਿੰਗ ਮਾਣ ਰਹੇ ਹੋ। ਆਓ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਪਾਵਨ ਪਵਿੱਤਰ ਬਾਣੀ ਜੋ ਆਪਾਂ ਇੱਕ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਪੂਰਾ ਕਰਦਿਆਂ ਹੋਇਆਂ ਸਮਝਣ ਅਤੇ ਪੜ੍ਹਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ ਸਾਰਿਆਂ ਨੇ ਕੇ ਵਾਰ ਕਹਿਣ ਤੇ ਗੁਰਫਤਿਹ ਦੀ ਸਾਂਝ ਪਾਉਣੀ। ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸ਼ਬਦ ਆਪਾਂ ਆਪਸ ਵਿੱਚ ਸਾਂਝਾ ਕੀਤਾ ਹੈ, ਇਸ ਪਾਵਨ ਸ਼ਬਦ ਨੂੰ ਰਾਗੀ ਸਾਹਿਬਾਨਾਂ ਪਾਸੋਂ ਇੱਕ ਨਹੀਂ, ਕਈ ਵਾਰੀ ਸੁਣਿਆ ਹੋਵੇਗਾ ਅਤੇ ਆਪਾਂ ਆਪਣੀ ਵੀ ਜ਼ਿੰਦਗੀ ਦੇ ਵਿੱਚ ਇਸ ਨੂੰ ਬਹੁਤ ਵਾਰੀ ਪੜ੍ਹਿਆ ਹੋਵੇਗਾ। ਸ਼ਾਇਦ ਕਈ ਵਾਰ ਸ਼ਬਦ ਨੂੰ ਪੜ੍ਹਨ ਸੁਣਨ ਤੇ ਸਾਨੂੰ ਭੁਲੇਖਾ ਪੈ ਜਾਂਦਾ। ਜੇ ਤਾਂ ਗੱਲ ਥੋੜ੍ਹੀ ਜਿਹੀ ਗੁਰਦੇਵ ਪਾਤਸ਼ਾਹ ਨੇ ਤਿੱਖੇ ਲਹਿਜੇ ਦੇ ਵਿੱਚ ਕੀਤੀ ਹੈ, ਫਿਰ ਆਪਾਂ ਕਵਾਂਗੇ ਦੂਜਿਆਂ ਲਈ ਆ। ਤੇ ਜੇ ਗੱਲ ਥੋੜ੍ਹੀ ਜਿਹੀ ਇਉਂ ਕਹਿ ਲਓ ਵੀ ਸਾਡੇ ਜੀਵਨ ਨਾਲ ਮਿਲਦੀ ਜੁਲਦੀ ਆ, ਫਿਰ ਅਸੀਂ ਅੰਦਾਜ਼ਾ ਲਾ ਬੈਠੇ ਆ ਵੀ ਇਹ ਸਾਡੇ ਨਾਲ ਮਿਲਦੀ ਗੱਲ ਆ ਤੇ ਸਾਨੂੰ ਕਹੀ ਆ। ਪਰ ਨਹੀਂ, ਇਹ ਤਾਂ ਗੁਰੂ ਕਾ ਬਚਨ ਆ ਨਾ ਵੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਇਹ ਤਾਂ ਰੱਬੀ ਪਿਆਰੇ ਗੁਰੂ ਸੱਚੀ ਗੱਲ ਬੋਲਦਾ, ਸਾਰਿਆਂ ਲਈ ਸਾਂਝੀ ਆ। ਜੋ ਵੀ ਗੁਰੂ ਪਾਤਸ਼ਾਹ ਦੇ ਇਰਦ ਗਿਰਦ ਬੈਠੇ ਸੱਜਣ ਪਿਆਰੇ ਨੇ, ਸਭ ਲਈ ਸਾਂਝੀ ਆ। ਸਾਂਝਾ ਉਪਦੇਸ਼। ਇੱਥੇ ਕੋਈ ਗੁਰੂ ਵੱਲੋਂ
ਵਿਤਕਰਾ ਨਹੀਂ ਹੈ ਵੀ ਇੱਕ ਗੱਲ ਨੂੰ ਪਰਸਨਲ ਲਾਈਫ ਤੇ ਕਹਿ ਦਿੱਤੀ, ਇੱਕ ਨੂੰ ਨਹੀਂ ਕਹੀਗੀ, ਇੱਕ ਨੂੰ ਗੁਪਤ ਤੌਰ ਤੇ ਸਮਝਾ ਦਿੱਤੀ, ਦੂਜੇ ਨੂੰ ਨਹੀਂ ਛੱਡ ਦਿੱਤਾ। ਨਾ, ਇਹ ਸਾਡੀ ਦੁਨੀਆ ਕਰ ਸਕਦੀ ਇੱਦਾਂ ਦੇ ਪੱਖ, ਪਰ ਗੁਰੂ ਨਹੀਂ ਕਰਦਾ। ਹੁਣ ਗੁਰੂ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜ਼ਿਕਰ ਕੀਤਾ ਬੜਾ ਪਿਆਰਾ। ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਨਾਨਕ ਕਹਿ ਰਿਹਾ ਹੈ ਬਦਰਾ। ਵਦਰੇ ਤੋਂ ਭਾਵ ਹੁੰਦਾ ਥੈਲੀ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਗੁਥਲੀ ਵੀ ਕਹਿ ਦਿੰਦੇ ਆ। ਆਪਣੀ ਭਾਸ਼ਾ ਦੇ ਵਿੱਚ ਥੈਲੀ ਜਾਂ ਝੋਲਾ ਆਦਿਕ ਵੀ ਕਹਿ ਦਿੰਦੇ ਆ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਭੀਤਰ ਉਹ ਰੁਪਈਆਂ ਦਾ ਥੈਲਾ, ਛਿੱਕਿਆਂ ਦਾ ਥੈਲਾ ਭਰ ਕੇ ਧਰ ਦਿੱਤਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਸੇ ਮਾਲਕ ਦਾ ਨੌਕਰ ਰੁਪਈਆਂ ਦੀ ਥੈਲੀ ਕਮਾ ਕੇ ਅੰਦਰ ਲਿਆ ਕੇ ਰੱਖਣ ਦਾ ਹੈ ਮਾਲਕ ਦੇ ਸਾਹਮਣੇ। ਨੋਟ ਕਿਹਨੇ ਕਮਾਏ ਆ, ਰੁਪਈਏ ਕਿਹਨੇ ਕਮਾਏ ਆ, ਛਿੱਕੇ ਕਿਹਨੇ ਕਮਾਏ ਆ? ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਆ ਕੇ ਉਹਨੇ ਆਪਣੇ ਮਾਲਕ ਦੇ ਨਜ਼ਦੀਕ ਧਰ ਦਿੱਤੇ। ਫਿਰ ਮਾਲਕ ਕੀ ਕਰਦਾ? ਚਲੋ ਆਪਾਂ ਇਹ ਤਾਂ ਪਤਾ ਲੱਗ ਗਿਆ ਵੀ ਮਾਲਕ ਦੇ ਕੋਲੇ ਲਿਆ ਕੇ ਨੌਕਰ ਨੇ ਛਿੱਕੇ ਰੱਖ ਦਿੱਤੇ। ਮਾਲਕ ਨੇ ਕੀ ਕੀਤਾ? ਖੋਟੇ ਖਰੇ ਪਰਖੀ ਅੰਨ। ਖੋਟੇ ਖਰੇ ਪਰਖੀ ਅੰਨ। ਸਾਹਿਬ ਕੈ ਦੀਵਾਨ। ਉਹ ਮਾਲਕ ਦਾ ਆਪਣਾ ਸੁਭਾਅ, ਉਹਨੇ ਖੋਟੇ ਤੇ ਖਰੇ ਦੀ ਪਹਿਚਾਣ ਕਰਨੀ ਆ। ਦੁਨੀਆ ਦੇ ਵਿੱਚ ਮਾਲਕ ਕਹਾਉਣ ਵਾਲੇ ਬਹੁਤ ਨੇ। ਖੋਟੇ ਦੀ ਖਰੇ ਦੀ ਪਹਿਚਾਣ ਕਰਦੇ ਨੇ, ਚੰਗੇ ਮੰਦੇ ਦੀ ਪਹਿਚਾਣ ਕਰਦੇ ਨੇ, ਕੋਈ ਇਹਦੇ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਹੈ। ਪਰ ਉਹ ਪਹਿਚਾਣ ਕਰਨ ਵਿੱਚ ਵੀ ਕਦੇ ਕਦੇ ਨਾ ਦੁਨੀਆ ਦੇ ਵਿੱਚ ਟਾਮਾ ਕੇਸ ਨਹੀਂ, ਬਹੁਤ ਵੱਡੇ ਪੱਧਰ ਤੇ ਕੇਸ ਆਉਂਦੇ ਨੇ ਕਿ ਵੀ ਪੱਖ ਕੀਤਾ ਗਿਆ ਹੁੰਦਾ ਵੀ ਆ। ਨਿਰਪੱਖ ਨਹੀਂ, ਪੱਖ ਕੀਤਾ ਗਿਆ। ਜੋ ਫੈਸਲਾ ਹੋਇਆ ਇਹ ਫੈਸਲਾ ਹੀ ਹੋਇਆ, ਕੇਵਲ ਇਹਦੇ ਚ ਇਨਸਾਫ ਨਹੀਂ ਮਿਲਿਆ। ਇਨਸਾਫ ਤੇ ਫੈਸਲੇ ਦਾ ਅੰਤਰ ਆ ਨਾ, ਫਰਕ ਹੈਗਾ। ਭਾਵ ਫੈਸਲਾ ਹੋਇਆ ਪਰ ਇਨਸਾਫ ਨਹੀਂ ਮਿਲਿਆ। ਫੈਸਲਾ ਤਾਂ ਹਰ ਕੋਈ ਕਰਦਾ, ਮੇਰੇ ਵੱਲੋਂ ਫੈਸਲਾ ਹੋ ਗਿਆ, ਇਨਸਾਫ ਨਾ। ਕਈ ਵਾਰ ਏਦਾਂ ਇਸ ਖੋਟੇ ਦੀ ਖਰੇ ਦੀ ਪਹਿਚਾਣ ਵਿੱਚ ਪੱਖ ਵੀ ਕੀਤੇ ਜਾਂਦੇ ਨੇ। ਪਰ ਇੱਕ ਗੁਰੂ ਨਾਨਕ ਜਿਹੜੀ ਗੱਲ ਸਾਨੂੰ ਸਮਝਾ ਰਿਹਾ ਨਾ, ਵੀ ਪਰਮਾਤਮਾ ਰੱਬ ਰੂਪੀ ਮਾਲਕ ਆ ਜਿਹੜਾ, ਉਹ ਕਿਸੇ ਦਾ ਪੱਖ ਨਹੀਂ ਕਰਦਾ ਹੈ। ਉਹ ਕਿਸੇ ਦੀ ਹਮਾਇਤ ਵੀ ਨਹੀਂ ਕਰਦਾ ਵੀ ਚੱਲ ਤੇਰੀ ਹਾਮੀ ਮੈਂ ਭਰ ਦਿੰਦਾ। ਉਹ ਤਾਂ ਕਹਿੰਦਾ ਚੋਰ ਕੀ ਹਾਮਾ ਭਰੇ ਨਾ ਕੋਏ। ਉਹ ਤਾਂ ਕਹਿੰਦਾ ਮੈਂ ਤਾਂ ਕੀ ਤੇਰੀ ਹਾਮੀ ਕਿਸੇ ਹੋਰ ਨੇ ਵੀ ਨਹੀਂ ਭਰਨੀ। ਕਹਿਣ ਤੋਂ ਭਾਵ ਰੱਬ ਰੂਪੀ ਜੱਜ, ਰੱਬ ਰੂਪੀ ਮਾਲਕ, ਉਹ ਇੱਕ ਐਸਾ ਮਾਲਕ ਹੈ ਜਿਹੜਾ ਪੱਖ ਨਹੀਂ ਕਰਦਾ। ਤੇ ਉਹਦੇ ਅੱਗੇ ਅਸੀਂ ਕੀ ਆ? ਸਾਰੇ ਨੌਕਰ। ਹਾਂ ਲਾਲਾ ਗੋਲਾ। ਅਸੀਂ ਉਹ ਮਾਲਕ ਪਰਮਾਤਮਾ ਦੇ ਲਾਲੇ ਗੋਲੇ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਵੈਸੇ ਆਪਾਂ ਸਾਰੇ ਤਾਂ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਵੀ ਸਾਡਾ ਨਾਮ ਸੁਭਾਗਾ। ਅਸੀਂ ਤਾਂ ਆਪਣੇ ਕਰਮਾਂ ਨੂੰ ਕੋਸਦੇ ਰਹਿੰਦੇ ਆ। ਨਹੀਂ, ਮੈਂ ਤਾਂ ਨਿਭਾਗਾ ਭਾਈ, ਮੈਂ ਤਾਂ ਬੇਕਾਰ ਆ ਭਾਈ, ਮੇਰੀ ਕਿਸਮਤ ਮਾੜੀ ਆ। ਆਪਣੇ ਧਿਆਨ ਦੇ ਵਿੱਚ ਹਮੇਸ਼ਾ ਇਹ ਗੱਲ ਚੱਲਦੀ ਆ। ਪਰ ਇੱਥੇ ਗੁਰੂ ਕਹਿੰਦਾ ਮੈਂ ਉਹ ਮਾਲਕ ਪਰਮੇਸ਼ਰ ਪਰਮਾਤਮਾ ਦਾ ਲਾਲਾ ਗੋਲਾ। ਇਹ ਸਰੀਰ ਦੇ ਮੈਨੂੰ ਮਿਲੀ ਆ, ਮੈਂ ਉਹਦਾ ਨੌਕਰ ਬਣ ਕੇ ਇੱਥੇ ਜੀਵਨ ਜਿਉਣਾ। ਉਹਦਾ, ਹਰੇਕ ਦਾ ਨਹੀਂ, ਕੇਵਲ ਉਹ ਪਰਮਾਤਮਾ ਦਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਹੋਇਆ ਕੀ ਆ? ਗੁਰ ਕੀ ਬਚਨੀ, ਗੁਰ ਕੇ ਬਚਨੀ, ਗੁਰੂ ਦੇ ਬਚਨਾਂ ਰਾਹੀਂ ਹਾਟ ਬਕਾਨਾ। ਜਿਤ ਲਾਇਆ ਤਤ ਲਾਗਾ। ਗੁਰੂ ਦੇ ਬਚਨਾਂ ਰਾਹੀਂ ਮੈਂ ਗੁਰੂ ਦੀ ਹੱਟ ਤੇ ਵਿਕ ਚੁੱਕਿਆ ਹਾਂ। ਇਹ ਗੱਲ ਥੋੜੀ ਧਿਆਨ ਚ ਰੱਖੋ ਵਿਚਣ ਦੇ ਸੰਬੰਧੀ। ਮੰਨ ਲਓ ਵੀ ਆਪਣੇ ਕੋਲੇ ਕੋਈ ਘਰ, ਜ਼ਮੀਨ, ਕਿਸੇ ਤਰ੍ਹਾਂ ਦੀ ਕੋਈ ਮਸ਼ੀਨਰੀ ਆ ਤੇ ਅੱਗੇ ਆਪਾਂ ਵੇਚਤੀ। ਉਦੋਂ ਪਹਿਲਾਂ ਉਹਦੇ ਮਾਲਕ ਅਸੀਂ ਸੀ।
ਇਦੋਂ ਬਾਅਦ ਜਦੋਂ ਵਿਕ ਗਈ ਤੇ ਫਿਰ ਉਹ ਅਗਲੇ ਮਾਲਕ ਦੀ ਬਣ ਗਈ। ਸਾਡਾ ਉਹਦੇ 'ਚ ਕੋਈ ਵੀ ਜ਼ੋਰ ਨਹੀਂ ਚੱਲਦਾ, ਚਾਹੇ ਜ਼ਮੀਨ ਆ, ਘਰ ਆ, ਕੋਈ ਮਸ਼ੀਨਰੀ ਆ, ਗੱਡੀ ਮੋਟਰ, ਕੁਛ ਵੀ ਆ। ਇਵੇਂ ਜਿਵੇਂ ਜੇ ਅਸੀਂ ਕਹਿੰਦੇ ਆ ਨਾ ਵੀ ਅਸੀਂ ਗੁਰੂ ਦੇ ਸਿੱਖ ਹਾਂ, ਤੇ ਅਸੀਂ ਗੁਰੂ ਨਾਨਕ ਦੇ ਦਰ ਤੇ ਆ ਕੇ, ਗੁਰੂ ਦੇ ਦਰ ਤੇ ਆ ਕੇ ਉਸ ਮਾਲਕ ਜੀ ਦੀ ਸ਼ਰਨ ਵਿੱਚ ਆ ਕੇ ਕੀ ਕਹਿਣਾ ਗਾ ਵੀ ਅਸੀਂ ਤੇਰੇ ਦਰ ਤੇ ਵਿਕਣ ਆਏ ਆ, ਸਾਡਾ ਮੁੱਲ ਪਾ, ਥੋੜਾ ਪਾ, ਬਹੁਤਾ ਪਾ, ਉਹ ਤੇਰੀ ਮਰਜ਼ੀ ਆ। ਤੇ ਸੱਚਾਈ ਆ ਵੀ ਉਹ ਗੁਰੂ ਖਰੀਦ ਵੀ ਲੈਂਦਾ ਗਾ। ਅਸੀਂ ਆਪਣੇ ਮਾਲਕ ਦੇ ਦਰ ਤੇ ਆ ਕੇ ਆਪਣਾ ਮਨ ਤਨ ਗੁਰੂ ਨੂੰ ਦੇ ਦਿੱਤਾ, ਵੇਚ ਦਿੱਤਾ। ਅੱਛਾ, ਹੁਣ ਪਿੱਛੇ ਕਿਸੇ ਦਾ ਹੱਕ ਰਹਿ ਜਾਊਗਾ? ਕੋਈ ਡੇਰੇ ਵਾਲਾ ਕਹਿ ਸਕਦਾ ਵੀ ਮੇਰੇ ਡੇਰੇ 'ਚ ਆਉਣਾ ਜ਼ਰੂਰੀ ਹੈ, ਜੇ ਨਾ ਆਇਆ ਤਾਂ ਦੇਖ ਲਈ। ਕੀ ਕਹਾਂਗੇ? ਅਸੀਂ ਤਾਂ ਵਿਕ ਚੁੱਕੇ ਹਾਂ ਭਾਈ। ਸਾਡੀ ਧੀ ਵਿਆਹੀ ਗਈ, ਪਹਿਲਾਂ ਬਾਪੂ ਦੀ ਮਾਲਕੀ ਸੀ, ਉਹ ਧੀ ਦੇ ਨਾਮ ਪਿੱਛੇ ਪਿਤਾ ਦਾ ਨਾਮ ਪੈਂਦਾ ਸੀ। ਜਿੱਦੇ ਵਿਆਹੀ ਗਈ ਉਹਦੇ ਪਤੀ ਦਾ ਨਾਮ ਪੈਣ ਲੱਗ ਗਿਆ। ਤੇ ਜੇ ਹੁਣ ਕੋਈ ਜਾ ਕੇ ਕਹੇ ਵੀ ਇਹ ਧੀ ਤੇ ਮੇਰਾ ਹੱਕ ਆ, ਅਗਲਾ ਜਵਾਨ ਵੜ ਦੂਗਾ। ਇਦਾਂ ਹੀ ਹੈ ਨਾ ਭਾਵ, ਜਦੋਂ ਚੀਜ਼ ਵਿਕ ਗਈ। ਇਵੇਂ ਜਿਵੇਂ ਜਦੋਂ ਸਾਡਾ ਤਨ ਮਨ ਗੁਰੂ ਅੱਗੇ ਅਰਪਣ ਕੀਤਾ ਗਿਆ, ਵਿਕ ਗਿਆ, ਮੱਥਾ ਟੇਕਣ ਤੋਂ ਭਾਵ ਅਸੀਂ ਤੇਰੇ ਗੁਲਾਮ, ਹੋਰ ਕਿਸੇ ਦੇ ਨਹੀਂ ਹਾਂ। ਫਿਰ ਇਹ ਸਰੀਰ ਦੇ ਵਿੱਚ ਕਿਸੇ ਦਾ ਹੋਰ ਕੋਈ ਰੋਲ ਨਹੀਂ ਹੈ, ਕਿਸੇ ਦਾ ਵੀ ਨਾ, ਕੋਈ ਦੇਹਧਾਰੀ ਗੁਰੂ ਦਾ, ਨਾ ਮੜੀ ਮੱਠ ਦਾ, ਨਾ ਕੋਈ ਡੇਰੇਦਾਰ ਦਾ, ਕਿਸੇ ਦਾ ਕੋਈ ਰੋਲ ਨਹੀਂ ਹੈ। ਤੇ ਉਦੋਂ ਅੱਗੇ ਆਪਾਂ ਆਪਣੇ ਜੀਵਨ 'ਚ ਵੇਖਣਾਗਾ ਵੀ ਅਸੀਂ ਇੱਕ ਥਾਂ ਤੇ ਵਿਕੇ ਸੀ, ਵੀ ਵਿਕਣ ਤੋਂ ਬਾਅਦ ਜਿਸ ਥਾਂ ਤੇ ਵਿਕੇ ਆਗੇ ਉੱਥੇ ਸਾਡੀ ਕਦਰ ਪਈ ਆ ਜਾਂ ਨਹੀਂ ਪਈ। ਜਿਹੜਾ ਤਾਂ ਇੱਕ ਥਾਂ ਤੇ ਵਿਕ ਕੇ ਤੇ ਇੱਕ ਦੀ ਬਣ ਕੇ ਰਹਿ ਗਿਆ, ਉਹ ਤਾਂ 100% ਸਹੀ ਬਣ ਗਿਆ, ਉਹਦਾ ਮੁੱਲ ਤਾਂ 100% ਪੈ ਗਿਆ। ਜਿਹਦੇ ਅੰਦਰ ਕਿਤੇ ਹੋਰ ਦੀ ਭਾਵਨਾ ਬਣੀ ਪਈ ਆ, ਉਹਦਾ ਰੇਟ ਇੱਥੇ ਬਣਿਆ ਨਹੀਂ। ਆਪਾਂ ਨੂੰ ਪਤਾ ਨਾ, ਸਾਡੇ ਸੰਸਾਰ ਵਿੱਚ ਇੱਜ਼ਤਦਾਰ ਪਰਿਵਾਰ, ਇੱਜ਼ਤ ਵਾਲੇ ਪਰਿਵਾਰਾਂ ਨੂੰ ਹੀ ਮਾਨਤਾ ਦਿੰਦੇ ਆ। ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਉਹ ਕਹਿੰਦਾ ਕੋਈ ਗੱਲ ਨਹੀਂ ਭਾਈ, ਪਰਿਵਾਰ ਇੱਜ਼ਤ ਵਾਲਾ ਹੋਵੇ ਮੂਹਰੇ, ਤੇ ਘਾਟੇ ਵਾਧੇ ਤਾਂ ਚੱਲਦੇ ਰਹਿੰਦੇ ਨੇ ਕਿ ਜ਼ਮੀਨ ਘੱਟ ਕੀ ਵੱਧ ਕੀ, ਪੈਸਾ ਘੱਟ ਕੀ ਵੱਧ ਕੀ। ਪਰ ਜਿੱਥੇ ਇੱਜ਼ਤ ਨੂੰ ਮਾਨਤਾ ਨਹੀਂ ਹੈ, ਉੱਥੇ ਕੇਵਲ ਦੁਨਿਆਵੀ ਪਦਾਰਥਾਂ ਦੀ ਗੱਲ ਹੋਵੇਗੀ, ਦੁਨਿਆਵੀ ਨਾਵੇਂ ਦੀ ਗੱਲ ਹੋਵੇਗੀ, ਦੁਨਿਆਵੀ ਜ਼ਮੀਨਾਂ ਜਾਇਦਾਦਾਂ ਦੀ ਗੱਲ ਹੋਵੇਗੀ। ਇਹ ਥੋੜਾ ਜਿਹਾ ਅੰਕੜਾ ਆਪਾਂ ਕੱਢ ਸਕਦੇ ਆ। ਹੁਣ ਇੱਥੇ ਗੁਰੂ ਕਹਿੰਦਾ ਵੀ ਜਦੋਂ ਇੱਕ ਦੇ ਥਾਂ ਤੇ ਆ ਕੇ ਵਿਕ ਗਏ ਨਾ, ਜੇ ਤਾਂ ਸਹੀ ਵਿਕ ਗਏ ਬਿਲਕੁਲ, ਹੋਰ ਦੁਆ ਝਾਕ ਹੀ ਖਤਮ ਆ ਸਭ, ਫਿਰ ਤਾਂ ਸਾਡਾ ਮੁੱਲ ਪੈ ਗਿਆ 100 ਰੁਪਈਆ। ਸਾਡਾ ਮੁੱਲ ਪੈ ਗਿਆ ਫਿਰ 100%, 101% ਪੈ ਗਿਆ। ਤੇ ਜੇ ਉਦੋਂ ਥੱਲੜੀ ਕੁਆਲਿਟੀ ਹੈ, ਫਿਰ ਆਪਾਂ ਆਪ ਖੁਦ ਅੰਦਾਜ਼ਾ ਲਾ ਸਕਦੇ ਹਾਂ, 70%, 20%, 30%, 40%, ਜਿੰਨੀ ਮਰਜ਼ੀ ਆਪਾਂ ਸੋਚ ਲਓ। ਉਹ ਸਾਡੀ ਭਾਵਨਾ ਤੇ ਡਿਪੈਂਡ ਆ ਵੀ ਗੁਰੂ ਨਾਲੋਂ ਦੂਰ ਹੋ ਕੇ ਅਸੀਂ ਕਿਸੇ ਪਾਸੇ ਹੋਰ ਵੀ ਜਾਂਦੇ ਹਾਂ ਜਾਂ ਨਹੀਂ ਜਾਂਦੇ। ਗੱਲ ਸੀ ਨਾਨਕ ਬਦਰਾ ਮਾਲਕਾ, ਭੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ, ਸਾਹਿਬ ਕੈ ਦੀਵਾਨ। ਜਦੋਂ ਹੁਣ ਅਸੀਂ ਇੱਥੇ ਪਹੁੰਚੇ ਆ ਤੇ ਗੁਰੂ ਨੇ ਸਾਡੇ ਅੰਦਰ ਦੇ ਖੋਟੇ ਤੇ ਨਾ ਖੋਟੇਪਣ ਨੂੰ ਪਰਖ ਕੇ ਮੁੱਲ ਪਾਉਣਾ। ਦੇਖੋ, ਇਹ ਮੁੱਲ ਪਾਉਣਾ ਸਾਡੇ ਹੱਥ 'ਚ ਆ। ਗੁਰੂ ਨੇ ਖੋਟੇ ਤੇ ਖਰੇ ਦੀ ਪਹਿਚਾਣ ਕਰਕੇ ਮੁੱਲ ਪਾ ਦੇਣਾ। ਉਹ ਮੁੱਲ ਕਿੰਨਾ ਪਾਉਂਦਾ ਗਾ, ਉਹ ਗੁਰੂ ਦੀਆਂ ਗੁਰੂ ਜਾਣੇ। ਅਸੀਂ ਕੰਮ ਇਹ ਕਰਨਾ ਗਾ। ਜਿਵੇਂ ਸਾਖੀ ਤੁਸੀਂ ਬੜੇ ਵਾਰੀ ਸੁਣੀ ਹੈ ਨਾ, ਘਾਹੀ ਸਿੱਖ ਦੀ। ਹੁਣ ਕੱਖ ਤਾਂ ਘਾਹ ਤਾਂ ਉਹ ਰੋਜ਼ ਹੀ ਵੇਚਦਾ ਗਾ। ਕਦੇ ਉਹਦੀ ਪੰਡ 1 ਟਕੇ ਦੀ ਵਿਕ ਜਾਂਦੀ ਆ, ਕਦੇ ਉਹਦੀ ਪੰਡ 2 ਟਕਿਆਂ ਦੀ, ਕਦੇ 3 ਟਕਿਆਂ ਦੀ ਵਿਕਦੀ ਹੈ ਨਾ। ਪੰਡ ਰੋਜ਼ ਹੀ ਵਿਕਦੀ ਹੈ ਘਾਹ ਦੀ ਉਹਦੀ। ਪਰ ਕਦੇ ਧਿਆਨ ਮਾਰ ਕੇ ਵੇਖਿਓ, ਜਿਹੜਾ ਆਪਣਾ ਸਰੀਰ ਆ ਨਾ, ਇਹ ਤਾਂ ਬਹੁਤ ਅਮੋਲਕ ਆ। ਗੁਰੂ ਤਾਂ ਪਿਆਰ ਦੇ ਵਿੱਚ ਗੁਰੂ ਕੋਲੇ ਨਾ, ਕੋਈ ਗੁਰੂ ਦਾ ਸਿੱਖ, ਘਾਹੀ ਸਿੱਖ ਘਾਹ ਦੀ ਪੰਡ ਲੈ ਕੇ ਆਉਂਦਾ, ਤੇ ਗੁਰੂ ਕੋਲੇ ਤਾਂ ਘਾਹ ਦੀ ਪੰਡ ਵੀ ਇੰਨੀ ਮਹਿੰਗੀ ਬਣ ਜਾਂਦੀ ਆ ਵੀ ਉਹਦਾ ਦੁਨੀਆ ਦੇ ਲੋਕ ਮੁੱਲ ਨਹੀਂ ਪਾ ਸਕਦੇ। ਤੇ ਮੌਕੇ ਦੀ ਉਦਾਹਰਨ ਆ, ਐਗਜ਼ਾਮਪਲ ਆ, ਸਾਖੀ ਆ, ਇੱਕ ਸਾਡੇ ਲਈ ਸਿਧਾਂਤ ਆ ਵੀ ਗੁਰੂ ਦੇ ਸਿੱਖ ਦਾ ਮੁੱਲ, ਗੁਰੂ ਦੇ ਸਿੱਖ ਦੀ ਘਾਹ ਦੀ ਪੰਡ ਦਾ ਮੁੱਲ, ਖੱਬਲ ਦੀ ਪੰਡ ਦਾ ਮੁੱਲ
खब्बल दी पंड दा मुल जहांगीर दे दरबार च पिया नहीं पूरा। जिन्ने खब्बल दी पंड बन के लिया ना, इन्ने नोटां दी, छिक्कियां दी, सोने चांदी दे छिक्कियां दी पंड बन दिना, ले जी बरोबर दा काम करता। देखो पर ना अजे मुल थोड़ा, अजे थोड़ा मुल है। इहदा मुल तां छेवें पातशाह पाऊगा। छेवें पातशाह ने किन्ना मुल पायागा? सदा वास्ते गुरु दे सिख नूं अपने चरणां दा भौरा बना लिया। बस आपां अपने शरीर दा मुल पाउणा इत्थे। ओह मुल जिवें घाह दी पंड दा मुल पिया ना, इउं पाउणागा। ਉਹਦੇ ਵਿੱਚ ਕੀ ਸੀ? बिल्कुल साफ खब्बल आ, रेता लाहिया विया, धोता होयागा, धो के सुका लिया, विचों सुक्के तीले भी कढ़ते, विचों सुक्के तीले भी कढ़ते, रेता भी निकल गया, धो भी दिता। आ तीन काम कीते ने स्पैशल। सुका के फिर पंड बन्नी आ, फिर गुरु कोले लेके गयागा। ते ओह पंड साडे सारिਆਂ कोले आ, तुहाडे कोले भी आ, मेरे कोले भी आ। ਉਹ ਘਾਹ ਦੀ ਪੰਡ ਤੁਹਾਡੇ ਕੋਲੇ ਵੀ ਆ, ਮੇਰੇ ਕੋਲੇ ਵੀ ਆ, ਸਭ ਕੋਲੇ ਆ, ਸਾਡੇ ਕੋਲੇ ਜਿੰਨੇ ਵੀ ਆਪਾਂ ਛੇਵੇਂ ਪਾਤਸ਼ਾਹ ਕੋਲੇ ਆਉਨੇ ਆ। ਤੜਕੇ ਮਹਿਸੂਸ ਕਰਿਆ ਕਰੋ ਵੀ ਸਾਡੇ ਕਿੰਨੇ ਚੰਗੇ ਕਰਮ ਨੇ। ਅਸੀਂ ਰੋਜ਼ ਛੇਵੇਂ ਪਾਤਸ਼ਾਹ ਕੋਲੇ ਗੱਲਾਂ ਕਰਨ ਜਾਂਦੇ ਆ। ਲੋਕ ਸਪੈਸ਼ਲ ਤੌਰ ਤੇ ਨਾ ਘਰੋਂ ਚਾਹ ਪਾਣੀ ਪੀ ਕੇ, ਪ੍ਰਸ਼ਾਦਾ ਛਕ ਕੇ, ਵਿੱਚ ਤਾਂ ਨਸ਼ਾ ਕਰਕੇ ਵੀ ਭੁੱਕੀ ਭੱਕੀ ਖਾ ਕੇ ਪੂਰਾ ਪੈਂਤਰੇ ਤੇ ਹੋ ਕੇ ਸੱਥਾਂ 'ਚ ਗੱਲਾਂ ਸੁਣਨ ਜਾਂ ਸੁਣਾਉਣ ਆਉਂਦੇ ਹੁੰਦੇ ਨੇ। पर वो किसी लेखे च नहीं सुनिया कदे भी आ सत्थ च सारी उम्र आने वाले व्यक्ति का इतिहास बन गया ना। पता भी उत्थे किहड़ियां गल्लां चलदियां ने, पता ही आ। हाँ जे आपां गुरु कोले रोज आईए ना, इन्नी मेहनत करके नहा धो के बिल्कुल शरीर नूं रेस्ट करके चंगा बना के ते अपना गुरु कोले मुल होगा। इत्थे आया अपना प्रवान हो जाऊगा। फिर गुरु की कहंदा, कहंदा प्यारिओ तुहाडे कोले भी घाह दी पंड है। वो किहड़े घाह दी पंड आ? वो गुणा रूपी घाह दी पंड आ। हुण जिहड़े साडे अंदर गुण ने, उन्हां च सुक्के तीले औगण हैगे ने, वो आपां वेखणे आ। जिहड़े साडे कोले अंदर दे गुण आ ना, कुछ थोड़े बहुते जिन्ने भी हन, ते ओहदे विच मिलावट रेता तां नहीं है, नहीं है, निगाह मारनी पऊगा, जां हैगा कहना पऊगा। ਉਹ ਸਾਡੇ अंदर दे गुणां दी पंड विच रेता वेखना पऊ, है कि नहीं है। सुक्के तीले वेखने पैणगे, है जां नहीं है। जे रेता है, सुक्के तीले ने, तां फिर सानू ਉਹ गुणां नूं थोड़ा जिहा अंदर नूं, अंदर दी मैल नूं थोड़ा जिहा ला के आउणा पऊगा, धो के लिआउणा पऊगा। फिर गुरु कोले आया कबूल होवांगे आपां। पंक्ति ना भुल्यो, फिर मैं दोबारा पढ़न लग्यागा। नानक बदरा मालका, बदरा मीनज थैली, असियां शरीर रूपी थैली, ये थैल कोई है, झोला एक। नानक बदरा मालका धरिया, पीतर धरिया आन, खोटे खरे परखिया न। अगे की लिखिया, साहिब कै दीवान। फिर गुरु दे दरचे ना, गुरु दे दरबार च खोटे दी ते खरे दी परख हुंदी आ, ते गुरु दा सुभाव पाई। दुनिया दे विच इक्को एक ऐसा गुरु आ जिहदी आपां गल कर रहे हैं कि खोटे ते खरे दी पहचान करदा नहीं। दुनिया दे विच माफ करना, खोटे ते खरियां दी पहचान आपां इउं कहांगे भी नहीं हुंदी। चाहे आपां मान लईए भी हुंदी आ, पर फिर भी सानू कहना पऊ खोटे ते खरे दी पहचान दुनिया दे किसे कोने च नहीं हुंदी, केवल गुरु दर ते हुंदी आ। ताईं आपां पढ़दे आ ना, की पढ़दे आ? धर्म राय दर कागद फारे, जन नानक लेखा समझा। ਇੱਥੇ ਇੱਕ ਗੱਲ ਬਣੂ ਵੀ ਜਦੋਂ ਅਸੀਂ ਆਪਣੇ ਹਿਰਦੇ ਚੋਂ ਸੁੱਕੇ ਤੀਲੇ ਕੱਢਤੇ, ਰੇਤਾ ਮਿੱਟੀ ਘੱਟਾ ਕੱਢ ਕੇ ਸਾਫ਼ ਕਰਕੇ ਪਹੁੰਚ ਗਏ, ਫਿਰ ਕੀ ਆ? ਫਿਰ ਇਹਨੇ ਆਉਣ ਸਾਰ ਸਾਡੇ ਕਾਗਜ਼ ਪਾੜ ਦੇਣੇ ਨੇ। ਮਤਲਬ ਕਾਗਜ਼ ਪਾੜਨ ਤੋਂ ਭਾਵ ਕੀ ਆ? ਮਤਲਬ ਗੁਰੂ ਨੇ ਸਾਡੀ ਗਿਣਤੀ ਮਿਣਤੀ ਹਿਸਾਬ ਕਿਤਾਬ ਨਹੀਂ ਕਰਨਾ। ਦੂਜਾ ਪੁਆਇੰਟ, ਪਾਤਸ਼ਾਹ ਨੇ ਬਾਣੀ ਦੇ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ, ਲੇਖਾ ਰੱਬ ਮੰਗੇਸੀਆ। ਅੱਗੇ ਲਿਖਿਆ, ਬੈਠਾ ਕੱਢ ਬਹੀ,
ਉਹ ਵਾਹਿਗੁਰੂ ਜੀ ਪਰਮਾਤਮਾ ਜੀ ਉਹ ਤਾਂ ਬਹੀ ਕੱਢ ਕੇ ਮਤਲਬ ਪੂਰਾ ਹਿਸਾਬ ਕਿਤਾਬ ਕਰਦਾ ਵੀ ਹੈ। ਇੱਕ ਪਾਸੇ ਕਿਹਾ ਉਹ ਹਿਸਾਬ ਕਿਤਾਬ ਵਾਲੀ ਡਾਇਰੀ ਕਾਗਜ਼ ਪਾੜ ਦਿੰਦਾ, ਦੂਜੇ ਪਾਸੇ ਲਿਖਿਆ ਉਹ ਮੰਗਦਾ ਹਿਸਾਬ ਕਿਤਾਬ, ਐਸੀ ਗੱਲ ਵੀ ਨਹੀਂ ਮੰਗਦਾ। ਉਹ ਹਿਸਾਬ ਕਿਤਾਬ ਮੰਗਣ ਦਾ ਤਰੀਕਾ, ਉਹ ਖੋਟੇ ਤੇ ਖਰੇ ਦੀ ਪਹਿਚਾਣ ਕਰਦਾ, ਖੋਟੇ ਨੂੰ ਬਾਹਰ ਕੱਢ ਕੇ ਸੁੱਟ ਦਿੰਦਾ ਤੇ ਖਰੇ ਨੂੰ ਆਪਣੇ ਕੋਲੇ ਰੱਖ ਲੈਂਦਾ। ਹੁਣ ਜੌਹਰੀ ਦਾ ਕੀ ਕੰਮ ਆ, ਸੁਨਿਆਰੇ ਦਾ ਕੀ ਕੰਮ ਆ? ਖੋਟ ਕੱਢ ਦੇਣਾ, ਅਸਲੀਅਤ ਰੱਖ ਲੈਣੀ ਆ। ਮੇਰਾ ਗੁਰੂ ਵੀ ਸੁਨਿਆਰ ਆ, ਮੇਰਾ ਗੁਰੂ ਵੀ ਜੌਹਰੀ ਆ, ਜਿਹੜਾ ਕਿ ਖੋਟਿਆਂ ਨੂੰ ਪਾਸੇ ਭਜਾ ਦਿੰਦਾ ਗਾ ਤੇ ਖਰਿਆਂ ਨੂੰ ਰੱਖ ਲੈਂਦਾ ਗਾ। ਹੁਣ ਉਹ ਆਪਣਾ ਸੁਭਾਅ ਆ ਵੀ ਅਸੀਂ ਖੋਟੇ ਬਣਨਾ ਜਾਂ ਅਸੀਂ ਖਰੇ ਬਣਨਾ, ਆਪਣਾ ਮੰਨਣਾ ਬੂਏ ਪੱਖ ਵੀ ਅਸੀਂ ਖੋਟੇ ਬਣੀਏ ਜਾਂ ਖਰੇ ਬਣੀਏ। ਮੈਂ ਤਾਂ ਬੇਨਤੀ ਕਰਾਂਗਾ ਵੀ ਭਾਈ ਚਾਹੇ ਆਪਣੀ ਉਮਰ ਥੋੜੀ ਹੈ ਚਾਹੇ ਬਹੁਤੀ ਆ, ਮਾਫ ਕਰਨਾ ਹਰ ਇੱਕ 'ਚ ਕਮੀ ਹੈ, ਐਸੀ ਗੱਲ ਨਹੀਂ ਵੀ ਨਹੀਂ ਕਮੀ ਹੁੰਦੀ, ਮੇਰੇ ਵਿੱਚ ਵੀ ਆ, ਤੁਹਾਡੇ ਵਿੱਚ ਵੀ ਆ। ਗੁਰੂ ਕੀ ਪਾਵਨ ਬਾਣੀ ਆਪਾਂ ਰੋਜ਼ ਹੀ ਪੜ੍ਹਦੇ ਆਂਗੇ। ਕੀ ਪੜ੍ਹਦੇ ਆਂਗੇ? ਪਰਮੇਸ਼ਰ ਤੇ ਇੱਕ ਗੁਰੂ ਆ ਜਿਹੜਾ ਉਹ ਗਲਤੀ ਨਹੀਂ ਕਰਦੇ, ਬਾਕੀ ਸਾਰੀ ਦੁਨੀਆ ਗਲਤੀਆਂ ਦਾ ਪੁਤਲਾ। ਪਾਤਸ਼ਾਹ ਨੇ ਬਾਣੀ 'ਚ ਵੀ ਲਿਖਿਆ ਨਾ, ਕੀ ਲਿਖਿਆਗਾ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਸਾਰੇ ਹੀ ਭੁੱਲਣ ਅੰਦਰ ਨੇ, ਗਲਤੀਆਂ ਦੇ ਪੁਤਲੇ ਨੇ, ਪਰ ਇੱਕ ਗੁਰੂ ਆ ਜਿਹੜਾ ਗਲਤੀ ਨਹੀਂ ਕਰਦਾ, ਇੱਕ ਰੱਬ ਆ ਜਿਹੜਾ ਗਲਤੀ ਨਹੀਂ ਕਰਦਾ। ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਹੁਣ ਇੱਥੇ ਗੁਰੂ ਨੇ ਕੀ ਕਿਹਾ ਵੀ ਮੈਂ ਖੋਟੇ ਤੇ ਖਰੇ ਦੀ ਪਹਿਚਾਣ ਕਰਨੀ ਆ। ਹੁਣ ਜੇ ਸਾਡੇ ਅੰਦਰ ਕਿਤੇ ਸੁੱਕੇ ਤੀਲੇ ਹੈਗੇ ਨੇ, ਉਹ ਘਾਹੀ ਸਿੱਖ ਦੀ ਘਾਹ ਦੀ ਪੰਡ ਵਾਂਗ ਸਾਡੇ ਅੰਦਰ ਰੇਤਾ ਮਿੱਟੀ ਘੱਟਾ ਹੈ, ਤਾਂ ਉਹਨੂੰ ਜ਼ਰੂਰ ਆਪਾਂ ਧੋ ਕੇ ਆਉਣਾ। ਮੈਂ ਤਾਂ ਇਹ ਵੀ ਕਹਾਂਗਾ ਵੀ ਜਿੱਥੇ ਪੈਰ ਧੋਣੇ ਆ ਨਾ, ਉੱਥੇ ਮਨ ਨੂੰ ਵੀ ਧੋ ਕੇ ਆਈਏ। ਉਸੇ ਟੂਟੀ ਤੋਂ ਕੰਮ ਲੈ ਸਕਦੇ ਆ ਆਪਾਂ। 3 ਟੂਟੀਆਂ ਲੱਗੀਆਂ ਨੇ, ਪੈਰ ਧੋਣ ਵਾਲੀ, 2 ਸਾਈਡਾਂ ਤੇ ਅੱਗੇ ਆ ਕੇ ਹੱਥ ਧੋਣ ਵਾਲੀਆਂ। ਸੰਕੇਤ ਹੀ ਲੈਣਾ, ਟੂਟੀ ਦਾ ਕੰਮ ਕੀ ਹੈ? ਕਿਸੇ ਨੂੰ ਮਰਜ਼ੀ ਪੁੱਛ ਲਓ, ਅਗਲਾ ਕਹਿੰਦਾ ਹੱਥ ਧੋਣੇ। ਪਰ ਇੱਕ ਬਹੁਤ ਸੋਹਣਾ ਮੈਸੇਜ ਦੇ ਰਹੀ ਹੈ ਉਹ ਟੂਟੀ। ਕੀ ਕਹਿੰਦੀ ਆ? ਵੀ ਜਿੱਥੇ ਸੱਜਣਾ ਹੱਥ ਧੋਲੇ ਨਾ, ਜਿੱਥੇ ਪੈਰ ਧੋਲੇ, ਹੁਣ ਇੰਨੇ ਕੰਮ ਹੋਰ ਕਰੀ। ਕੀ ਕੰਮ ਕਰੀ? ਮਨ ਵੀ ਧੋ ਕੇ ਲੈ ਜਾ। ਜਦੋਂ ਮਨ ਧੋਤਾ ਗਿਆ ਨਾ, ਜਿੱਥੇ ਤੂੰ ਜਾ ਰਿਹਾ ਉੱਥੇ ਖੈਰ ਧੋਤੇ ਮਨ 'ਚ ਹੀ ਪੈਣੀ ਆ, ਲਿਬੜੇ ਮਨ 'ਚ ਨਹੀਂ ਪੈਣੀ। ਇੱਕ ਥਾਂ ਤੇ ਨਾ ਮੈਂ ਥੋੜੀ ਜਿਹੀ ਵਰਤੀ ਹੋਈ ਘਟਨਾ ਸੁਣਾਉਣਾ। ਮੈਂ ਕਿਤੇ ਪ੍ਰੋਗਰਾਮ ਤੇ ਗਿਆ ਤੇ ਉੱਥੇ ਇੱਕ ਵੀਰ ਬੈਠਾ, ਉਹਦੀ ਲੱਤ ਤੇ ਬਾਂਹ ਦੇ ਵਿੱਚ ਫਲਟ ਸੀਗਾ, ਇਉਂ ਕਹਿ ਲਓ ਵੀ ਵਿਚਾਰਾ ਨਾਜ਼ੁਕ ਜਿਹਾ ਸੀਗਾ। ਉਹ ਵੇਚਦਾ ਸੀ ਝਾਵੇਂ, ਮਿੱਟੀ ਦੇ ਝਾਵੇਂ, ਮੈਲ ਲਾਉਣ ਵਾਲੇ। ਉਹ ਝਾਵੇਂ ਵੇਚਦਾ ਨਾ 10-10 ਰੁਪਈਆਂ ਦਾ ਝਾਵਾਂ ਵੇਚਦਾ ਸੀਗਾ, ਤੇ ਝਾਵਾਂ ਵੇਚਦਾ ਹੋਕਾ ਦਿੰਦਾ ਸੀ। ਉਹ ਕਿਵੇਂ? ਕਹਿੰਦਾ ਬਾਹਰੀ ਮੈਲ ਲਾਉਣ ਲਈ ਮੈਥੋਂ ਝਾਵਾਂ ਲੈ ਜਾਓ ਤੇ ਗਾਹਾਂ ਜਾਓਗੇ ਗੁਰੂ ਮੈਲ ਲਾ ਦੂਗਾ। ਆਹ ਮੈਸੇਜ ਦਿੰਦਾ ਸੀ। ਦੇਖੋ, ਹਾਂ ਤਾਂ ਨਾਲੇ ਕਹਿੰਦਾ ਸੀ ਹਾਂ ਤਾਂ ਮੈਂ ਨਿਕੰਮਾ ਹੀ ਆ, ਬਾਹਰੋਂ ਮੈਲ ਲਾਉਣ ਵਾਸਤੇ ਮੈਥੋਂ ਝਾਵਾਂ ਲੈ ਜਾਓ ਤੇ ਅੰਦਰ ਦੀ ਮੈਲ ਲਾਉਣ ਵਾਸਤੇ ਗੁਰੂ ਤੋਂ ਝਾਵਾਂ ਜ਼ਰੂਰ ਲੈ ਕੇ ਆਇਓ। ਹੁਣ ਆਪਾਂ ਇਹ ਕਹਿੰਦੇ ਆ ਵੀ ਆਪਾਂ ਗੁਰੂ ਕੋਲੇ ਆਉਣ ਤੋਂ ਪਹਿਲਾਂ ਜਿੱਥੇ ਹੱਥ ਪੈਰ ਧੋਤੇ ਆ ਨਾ, ਸਰੋਵਰ ਬਣਿਆ, ਅਗਲਾ ਸ਼ਬਦ ਸਰੋਵਰ ਸੰਬੰਧ ਹੋਈ ਆ, ਤਾਂ ਉੱਥੇ ਆਪਾਂ ਆਪਣੇ ਮਨ ਨੂੰ ਵੀ ਜ਼ਰੂਰ ਧੋ ਕੇ ਆਉਣਾ। ਧੋਤੇ ਮਨ 'ਚ ਹੀ ਖੈਰ ਪੈਣੀ ਆ, ਧੋਤੇ ਮਨ 'ਚ ਹੀ ਦਾਤ ਪੈਣੀ ਆ। ਫਿਰ ਮੈਂ ਦੁਬਾਰਾ ਪੰਕਤੀ ਪੜ੍ਹਨ ਲੱਗਿਆ, ਇਹਦੇ ਅਰਥ ਹੋ ਗਏ। ਨਾਨਕ ਬਦਰਾ ਮਾਲਕਾ ਧਰਿਆ ਭੀਤਰ ਧਰਿਆ ਆਣ। ਸਾਡੇ ਸਰੀਰ ਰੂਪੀ ਥੈਲੀ ਨੂੰ ਆਪਾਂ ਗੁਰੂ ਮਾਲਕ ਕੋਲੇ ਲੈ ਕੇ ਆਉਣਾ। ਇਹਦੇ ਵਿੱਚੋਂ ਇਹਨੇ ਗੁਣ ਤੇ ਔਗਣ ਵੇਖਣੇ। ਗੁਣ ਤੇ ਔਗਣ, ਮਾਲ ਕੀ ਕਮਾ ਕੇ ਲਿਆਇਆ ਤੂੰ? ਗੁਣ ਤੇ ਔਗਣ ਕਿੰਨੇ ਕਮਾਏ ਨੇ? ਇਹਨੇ ਗੁਣ ਤੇ ਔਗਣਾਂ ਦਾ ਫਿਰ ਆਪਸ ਵਿੱਚ ਕੰਪੈਰੀਜ਼ਨ ਕਰਨਾ। ਗੁਣ ਵੱਧ ਨੇ ਜਾਂ ਔਗਣ ਵੱਧ ਨੇ? ਗੁਣ ਵੱਧ ਗਏ ਸ਼ਾਬਾਸ਼ੇ ਮਿਲ ਜਾਵੇਗੀ, ਔਗਣ ਵੱਧ ਗਏ ਫਿੱਟੇ ਮੂੰਹ ਮਿਲੇਗੀ ਤੇ ਧੱਕਾ ਦੇ ਕੇ ਪਾਸੇ ਕਰ ਦੂਗਾ। ਅੱਗੇ ਕੀ ਕਿਹਾ? ਖੋਟੇ ਖਰੇ ਪਰਖੀ ਅੰਨ। ਉਹ ਖੋਟਿਆਂ ਨੂੰ ਤੇ ਖਰਿਆਂ ਨੂੰ ਪਰਖਦਾ, ਉਹ ਖੋਟੇ ਨੂੰ ਤੇ ਖਰੇ ਨੂੰ ਪਰਖ ਲੈਂਦਾ। ਪਰਖ ਕੇ ਖੋਟਿਆਂ ਨੂੰ ਬਾਹਰ ਕੱਢ ਦਿੰਦਾ ਤੇ ਖਰਿਆਂ ਨੂੰ ਖਜ਼ਾਨੇ ਵਿੱਚ ਪਾ ਲੈਂਦਾ। ਸਾਡੀ ਜ਼ਿੰਦਗੀ ਦਾ ਇਸ ਧਰਤੀ ਤੇ ਆਉਣ ਦਾ ਮਕਸਦ ਹੀ ਆ, ਅਸੀਂ ਖੋਟੇ ਨਹੀਂ ਬਣਨਾ, ਅਸੀਂ ਖਰੇ ਬਣਨਾ। ਅੱਛਾ, ਇੱਕ ਖੋਟੇ ਤੇ ਖਰੇ ਸੰਬੰਧੀ ਹੋਰ ਥੋੜਾ ਜਿਹਾ ਵਿਚਾਰ ਲੈ ਲਓ, ਫਿਰ ਆਪਾਂ ਅੱਗੇ ਚੱਲਦੇ ਹਾਂ। ਕਈ ਵਾਰ ਨਾ ਬੰਦਾ ਇਸ ਗੱਲ ਦੇ ਹੰਕਾਰ 'ਚ ਵੀ ਆ ਜਾਂਦਾ, ਫਲਾਨਾ ਬੰਦਾ ਤਾਂ ਬਾਹਲਾ ਖੋਟਾ, ਫਲਾਨਾ ਬੰਦਾ ਤਾਂ ਬਾਹਲਾ ਖਰਾ।
ਉਹਦਾ ਖੋਟਾਪਣ ਤੇ ਖਰਾਪਣ ਕੇਵਲ ਦੁਨੀਆ ਦੇ ਲਈ ਆ, ਪਿੰਡ ਲਈ ਆ, ਜਾਂ ਇੱਕ ਆਪਣੇ ਘਰ ਲਈ ਆ, ਬਾਹਰ ਲਈ ਨਹੀਂ ਹੈ। ਮੈਂ ਆਪਣੀਆਂ ਅੱਖਾਂ ਨਾਲ ਤੇ ਕੰਨਾਂ ਨਾਲ ਬਹੁਤ ਕੁਝ ਇਦਾਂ ਦੇ ਮਾਹੌਲ ਵਿੱਚ ਦੇਖਿਆ ਵੀ ਹੈ ਤੇ ਬਹੁਤ ਕੁਝ ਸੁਣਿਆ ਵੀ ਹੈ। ਆਪਾਂ ਹੀ ਕਹਿੰਦੇ ਆ ਆਹ ਬੰਦਾ ਤਾਂ ਭਾਈ 100% ਖਰਾ, ਇਹਨੂੰ ਲੀਡਰੀ ਦਿਓ। ਆਉਣ ਵਾਲੇ ਟਾਈਮ 'ਚ ਉਹ ਇੰਨਾ ਖੋਟਾ ਨਿਕਲਦਾ ਵੀ ਪਤਾ ਵੀ ਨਹੀਂ ਲੱਗਦਾ। ਹੁਣ ਦੇਖੋ ਸਾਡੇ ਦਿਮਾਗ ਨੇ ਚੋਣ ਕੀਤੀ ਸੀ ਤੇ ਇੱਥੇ ਗੁਰੂ ਚੋਣ ਕਰਦਾ, ਤੇ ਗੁਰੂ ਦੀ ਚੋਣ ਇਹ ਨਹੀਂ ਹੈ ਵੀ ਗਲਤ ਹੋਊਗੀ। ਗੁਰੂ ਨੇ ਮਰਦਾਨੇ ਦੀ ਚੋਣ ਕੀਤੀ ਹੈ ਨਾ, ਦੱਸੋ ਮਰਦਾਨੇ 'ਚ ਖੋਟਾਪਣ ਹੈ? ਗੁਰੂ ਨੇ ਭਾਈ ਲਾਲੋ ਦੀ ਚੋਣ ਕੀਤੀ ਹੈ ਨਾ, ਦੇਖੋ ਵੀ ਕੋਈ ਖੋਟਾਪਣ ਹੈ? ਗੁਰੂ ਨਾਨਕ ਸਾਹਿਬ ਨੇ ਭਾਈ ਫਰੰਦੇ ਦੀ ਚੋਣ ਕੀਤੀ ਹੈ ਨਾ, ਜਿਹਨੇ ਰਾਗ ਸਾਜ਼ ਬਣਾ ਕੇ ਦਿੱਤਾ, ਰਬਾਬ ਬਣਾ ਕੇ ਦਿੱਤੀ ਆ, ਕੋਈ ਉਹਦੇ 'ਚ ਖੋਟਾਪਣ ਹੈ? ਹਾਂ, ਉਦੋਂ ਪਹਿਲਾਂ ਹੋਵੇ ਕਹਿ ਨਹੀਂ ਸਕਦੇ। ਬਾਬੇ ਨਾਨਕ ਨੂੰ ਜਿਹਦੇ ਮਿਲਾਪ ਹੋ ਗਿਆ, ਖੋਟਾਪਣ ਖਤਮ ਆ। ਭਾਈ ਭਗੀਰਥ ਦੀ ਚੋਣ ਕੀਤੀ ਆ ਸੁਲਤਾਨਪੁਰ ਵਿੱਚ, ਖੋਟਾਪਣ ਹੈ? ਨਹੀਂ ਹੈ, ਹਨਾ। ਕਿੰਨੀ ਲਾ ਲਓ। ਦਸ਼ਮੇਸ਼ ਪਿਤਾ ਨੇ 5 ਪਿਆਰਿਆਂ ਦੀ 80,000 ਦੇ ਇਕੱਠ ਵਿੱਚੋਂ 5 ਬੰਦੇ ਕੱਢੇ ਨੇ। ਉਹਨਾਂ 5 ਵਿੱਚ ਕੋਈ ਖੋਟਾਪਣ ਹੈ? ਨਾ। ਗੁਰੂ ਦੇ ਪੁੱਤਾਂ ਨਾਲੋਂ ਪਹਿਲਾਂ ਅਰਦਾਸ ਵਿੱਚ 5 ਪਿਆਰਿਆਂ ਦਾ ਨਾਮ ਆਉਂਦਾ। ਜੇ ਖੋਟੇ ਹੁੰਦੇ ਫਿਰ ਤਾਂ ਗੁਰੂ ਨੇ ਲਿਖ ਦੇਣਾ ਸੀ। ਲਿਖਿਆ ਨਾ, ਜਿਨ੍ਹਾਂ ਦਾ ਜੀਵਨ ਖੋਟਾ ਗਾ। ਕੀ ਲਿਖਿਆ ਗਾ? ਪਾਤਸ਼ਾਹ ਜੀ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰ ਹੋ ਕੰਨ ਮੁਰੱਟੀ ਹੈ। ਮੁਰੱਟੀਏ ਤੋਂ ਭਾਵ ਖੋਟੇ ਦਿਲ ਵਾਲੇ। ਗੁਰੂ ਨਾਨਕ ਸਾਹਿਬ ਨੇ ਲਾਲੋ ਨੂੰ, ਮਰਦਾਨੇ ਨੂੰ, ਭਗੀਰਥ ਨੂੰ, ਭਾਵ ਇੱਕ ਨਹੀਂ ਅਨੇਕੀ ਗੁਰਸਿੱਖ ਪਿਆਰੇ ਮਿਲੇ। ਰਾਏ ਬੁਲਾਰ ਵਰਗੇ, ਭਈਆ ਜੈਵ ਰਾਮ ਵਰਗੇ, ਕਿਸੇ ਨੂੰ ਖੋਟਾ ਨਹੀਂ ਕਿਹਾ। ਪਰ ਵਾਹਿਗੁਰੂ ਭਲਾ ਕਰੇ, ਆਪਣੇ ਪੁੱਤਾਂ ਬੰਨੀ ਹੱਥ ਕਰਕੇ ਬਾਬੇ ਨਾਨਕ ਨੂੰ ਕਹਿਣਾ ਪੈ ਗਿਆ ਇਹ ਦਿਲ ਦੇ ਖੋਟੇ ਨੇ। ਕਦੇ ਅੱਜ ਵੀ ਨਾ ਆਪਾਂ ਇਹ ਕੰਮ ਸਿਰ ਤੇ ਚੜਾਉਣਾਗਾ ਵੀ ਭਾਈ ਦਾ ਸ੍ਰੀ ਚੰਦ ਦਾ ਡੇਰਾ ਤੇ ਚੜਾ ਲਓ ਸਿਰ ਤੇ, ਨਾ। ਸਤਿਕਾਰਯੋਗ ਆ, ਚਲੋ ਗੁਰੂ ਦਾ ਪੁੱਤ ਆ, ਪਰ ਮੇਰੇ ਬਾਬੇ ਨੇ ਕਿਹਾ ਖੋਟਿਆਂ ਤੋਂ ਦੂਰੀ ਬਣਾ ਕੇ ਰੱਖੀ। ਜੇ ਗੁਰੂ ਕਹਿ ਸਕਦਾ ਨਾ ਮੇਰੇ ਪੁੱਤ ਤੋਂ ਦੂਰੀ ਬਣਾ ਲੈ, ਖੋਟਾ ਗਾ, ਤੇ ਜਿਹੜੇ ਆਪਣੇ ਆਂਢ ਗੁਆਂਢ 'ਚ ਪਿੰਡ ਆਸੇ ਪਾਸੇ ਖੋਟੇ ਲੋਕ ਹੋਣ, ਉਹਨਾਂ ਤਾਂ ਸਿੱਧੀ ਜੀ ਗੱਲ ਆ ਵੀ ਦੂਰੀ ਬਣਾਉਣ ਦਾ ਸਾਡਾ ਹੱਕ ਪੱਕਾ ਹੀ ਬਣਦਾ। ਬਾਬੇ ਲਹਿਣੇ ਦੀ ਚੋਣ ਕਰ ਲਈ, ਕਹਿੰਦਾ ਇਹ ਖੋਟਾ ਨਹੀਂ, ਇਹ ਸਹੀ ਆ, ਤੇ ਇਹਨੂੰ ਆਪਣਾ ਗੁਰੂ ਮੰਨ ਲਾ। ਸ਼ਬਦ ਦਾ ਤੇ ਗੁਰੂ ਸਾਹਿਬ ਨੇ ਆਪਣੇ ਵੱਲੋਂ ਦੇ ਕੇ ਨਾ ਪੋਥੀ ਧਰ ਕੇ ਨਮਸਕਾਰ ਕਰ ਦਿੱਤੀ ਸੀਗੀ ਬਾਬਾ ਲਹਿਣਾ ਜੀ ਨੂੰ। ਬਸ ਇੰਨੇ ਹਿਸਾਬ ਲਾਉਣਾ, ਆਪਾਂ ਖੋਟੇ ਨਹੀਂ ਬਣਨਾ, ਆਪਾਂ ਖਰੇ ਬਣਨਾ। ਤੇ ਖਰੇ ਉਹ ਲੋਕਾਂ ਮੁਤਾਬਕ ਨਹੀਂ ਵੀ ਹਰੇਕ ਨੂੰ ਪੁੱਠਾ ਬੋਲਣਾ, ਐਵੇਂ ਹਰੇਕ ਦੇ ਘਰੇ ਜਾ ਕੇ ਆਪਣੇ ਵੱਲੋਂ ਕੋਈ ਨਾ ਕੋਈ ਨੁਕਤਾਚੀਨੀ ਕਰੀ ਜਾਣੀ। ਉਦਾਂ ਦਾ ਖੋਟਾਪਣ, ਹਾਂ ਖਰਾਪਣ ਨਹੀਂ ਹੈ। ਖਰਾਪਣ ਤੋਂ ਭਾਵ ਬਿਲਕੁਲ ਸਾਫ਼ ਦਿਲ, ਬਿਲਕੁਲ ਸਾਫ਼, ਕੋਈ ਦਿਲ ਦੇ ਵਿੱਚ ਖੋਟ ਨਹੀਂ ਹੈ। ਨਾ ਚੋਰੀ, ਧੋਖਾ, ਬੇਈਮਾਨੀ, ਠੱਗੀ ਦਾ ਨਾ। ਇਹ ਨਹੀਂ ਹੈ ਵੀ ਇੱਥੇ ਅਸੀਂ ਕੁਝ ਜ਼ਿਆਦਾ ਆਪਣੇ ਵੱਲੋਂ ਦੁਨੀਆ ਨੂੰ ਮਾਹੌਲ ਬਣਾ ਕੇ ਦਿਖਾਈਏ ਵੀ ਬੜਾ ਸਿਆਣਾ ਤੇ ਖਰਾ ਜਿਹਾ ਵਿਅਕਤੀ ਆ, ਤੇ ਪਿੱਠ ਪਿੱਛੇ ਜਾ ਕੇ ਕੁਝ ਹੋਰ ਕਹੀਏ। ਇਦਾਂ ਦਾ ਪੱਖ ਨਹੀਂ। ਆਓ ਫਿਰ ਗੁਰੂ ਸਾਹਿਬ ਨੇ ਸਾਨੂੰ ਇੱਥੇ ਲਾਸਟ ਵਿੱਚ ਸੰਕੇਤ ਦਿੱਤਾ ਸੀ, ਜੋ ਆਪਾਂ ਆਪਣੇ ਹੀ ਦਰਬਾਰ ਦੀ ਉਦਾਹਰਨ ਲੈ ਲਈ ਵੀ ਜਿੱਥੇ 2 ਟੂਟੀਆਂ 3 ਲੱਗੀਆਂ ਨਾ ਪੈਰ ਤੇ ਹੱਥ ਧੋਣ ਵਾਸਤੇ, ਉੱਥੇ ਗੁਰੂ ਕਹਿੰਦਾ ਗਾ ਵੀ ਭਾਈ ਤੂੰ ਆਪਣਾ ਹਿਰਦਾ ਵੀ ਥੋੜਾ ਸਾਫ਼ ਕਰਕੇ ਲਿਆਈ। ਹਿਰਦਾ ਸਾਫ਼। ਇਹ ਟੂਟੀ ਅੱਜ ਦਾ ਜੋ ਸਮਾਂ ਗਾ ਉਹਦੇ ਮੁਤਾਬਕ ਅਸੀਂ ਲਾ ਦਿੱਤੀ, ਪਰ ਜਦੋਂ ਕੁਝ ਸਮਾਂ ਪਿੱਛੇ ਜਾਵਾਂਗੇ, ਆਪਾਂ 50 ਸਾਲ 100 ਸਾਲ ਪਿੱਛੇ ਜਾਵਾਂਗੇ, ਉਦੋਂ ਗੱਲ ਕੁਛ ਹੋਰ ਸੀ। ਜਿਹੜੀ ਉਦੋਂ ਦੀ ਗੱਲ ਸੀ ਉਹ ਇੱਥੇ ਗੁਰੂ ਨਾਨਕ ਸਾਹਿਬ ਨੇ ਲਿਖੀ ਆ, ਮਹੱਲਾ ਪਹਿਲਾ। ਫਿਰ ਲਿਖਿਆ ਕੀ ਆ? ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇਹ ਪੰਕਤੀ ਜੋ ਦਰਬਾਰ ਚ ਉਹਨਾਂ ਨੇ ਸੱਜੇ ਹੱਥ ਲਿਖ ਕੇ ਲਾਈ ਪਈ ਤਾਂ। ਨਹਾਵਣ ਚੱਲੇ ਤੀਰਥੀ, ਸਰੋਵਰ ਤੇ ਜਾਂ ਕਿਸੇ ਨਦੀ ਚ, ਕਿਸੇ ਦਰਿਆ ਚ। ਨਹਾਵਣ ਚੱਲੇ ਤੀਰਥੀ, ਅੱਗੇ ਕੀ ਲਿਖਿਆ? ਮਨ ਖੋਟੇ। ਮਨ ਚ ਕੀ ਆ? ਖੋਟ। ਤਨ ਚੋਰ। ਹੁਣ ਖਰਾਪਣ ਕੀ ਆ? ਆਹ ਪੰਕਤੀ ਤੇ ਆਪਾਂ ਅਸਰ ਕਰਨਾ। ਖਰਾਪਣ ਕੀ ਆ? ਇਸ ਪੰਕਤੀ ਤੇ ਆਪਾਂ ਜ਼ੋਰ ਦੇਣਾ ਵੀ ਅਸੀਂ ਦਿਲ ਦੇ ਖੋਟੇ ਤਾਂ ਨਹੀਂ। ਹਾਂ, ਆਪਾਂ ਆਪਣੇ ਆਪ ਨੂੰ ਚੈੱਕ ਕਰਨਾਗਾ। ਦੇਖੋ ਗੁਰੂ ਨੇ ਸਾਨੂੰ ਤਰੀਕਾ ਦੱਸ ਦਿੱਤਾ, ਚੈੱਕ ਆਪਾਂ ਆਪਣੇ ਆਪ ਨੂੰ ਕਰਨਾ। ਮੈਂ ਵੀ ਤੁਹਾਡੇ ਵਿੱਚੋਂ ਹੀ ਆ। ਦੇਖੋ ਗੁਰਬਾਣੀ ਇੱਥੇ ਸੁਣਨਾ ਆ, ਪੜ੍ਹਨਾ ਆ, ਇੱਕ ਗੁਰਮਤਿ ਕਲਾਸ ਆ ਜਿਹਦੇ ਵਿੱਚ ਆਪਾਂ ਕੁਝ ਸਿੱਖ ਕੇ ਜਾਣਾ।
फिर अगले पासे आपां नूं नंबर मिलना गा, जाण दा मौका मिलना। बच्चा जिहड़ा चौथी की पढ़ाई करके ना फिर उन्होंने 5वीं दे विच टाइम मिल जाना जाण दा। 5वीं पास कर गया, फिर उन्होंने 6वीं 7वीं 8वीं 9वीं 10वीं इदां बदलदा बदलदा एक दिन अफसर बन जाता। आपां भी बदलना इत्थे आके, बदलदे 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 एक दिन हो जा बैठांगे गुरु कोले, वड्डी तख्त ते कुर्सी ते जा बैठांगे। ये नहीं सोचना भी मैं कुर्सी ते नहीं जाना, जाना पर जाना कदों आ जदों अपने आप नूं बदल लिया। हुण गुरु की कहंदा नहावण चले। हुण आपां टूटी दुहाने ते सारिआं ने टूटी ते हत्थ धोते पैर भी धोते, जां सारिआं ने सरोवर दे विच इशनान कर लिया, पर मन दा इशनान नहीं होया। हुण गुरु साहब जी कहंदे ने तीरथ नहावण जाऊं तीरथ नाम है। हुण जिथे वारी तौर ते सरोवर च इशनान कीता ना, उत्थे ज्ञान रूपी नाम रूपी तीर्थ ते भी अपने मन दा इशनान करवा ला। अज इशनान करवा लिया, कल नूं मन साफ हो गया, इहदे च गुरु वल्लों दिता होया ज्ञान रूपी पदार्थ पै जूगा। फिर इत्थे सतगुरु पातशाह कहंदे ने, कहंदे नहावण चले तीर्थी, साडा मन की सी खोटा तन की सी चोर। मन च खोटा तन चोरी करदा, ये अखां चोरी कर जिंदियां। इन्हां अखां गुप्त तौर ते फोटोआं खिच खिच अपने हिरदे च रख लैंदियां। हुण आपां चोर देखना, चोर किवें बाहरी तौर ते अख नहीं। यार तुसीं बहुत वारी इस पंक्ति ते पढ़े ते सुने होणगे। चोर आपां मान लिया भी किसी ने रुपये चक लए उहनूं चोर कहता, किसी ने कोई होर चीज़ चोरी कर ली उहनूं चोर कहता। नहीं, एक बंदा चोर वो आ जिहड़ा हत्थां तो पैरां तो काम नहीं लैंदा, हत्थां तो भी नहीं काम लैंदा ते पैरां तो भी नहीं काम लैंदा। चोरी करन वास्ते हत्थ ते पैर सही सलामत होने जरूरी ने। पर जिहड़ी चोरी इत्थे गुरु कहंदा ना, वो बाहरी तौर ते चोरी तां किसी लोड़ नूं मुख रख के कीती गई आ, किसी लोड़ नूं मुख रख के कीती है ना। जिहड़ी चोरी इत्थे तीर्थ ते आख के कीती हैगी, ये किहड़ी चोरी आ। हुण मान लो आपां तीर्थ ते बैठे एक ते आ दरबार साहब एक तीर्थ आ, ये तीर्थ ते असीं आए आ। कोई भी अजिहा व्यक्ति नहीं है जिहड़ा जिथे कोई संगतां वल्लों दर्शनी भेटा अर्पण कीती है ना भी उहनूं चक के अपनी जेब च पाऊगा। जे पाऊगा तां असीं उहनूं गुनाहगार मंनदे आ। एक बारी रीत आ, पर गुरु ने एक चोरी दा पक्ष सानूं होर ढंग नाल दस्सिआ। कहंदे चोरी करदा तूं इत्थे, मन खोटा, मन च खोट चल पिया, मन च खोट चल पिया। किहड़ा? जिहड़ा गुरु साहब दसदे ने, कहंदे इत्थे ना तां तूं हत्थां तो ना पैरां तो कम नहीं लैंदा चोरी करन वास्ते, इत्थे तूं अपणीआं अखां तो कम लै रिहा, अखां तो। हुण इशारा समझो, अखां नाल फोटोआं खिच खिच के अपने हिरदे च रखी जाना गा। ते गुरु दा ज्ञान रूपी फोटो टिकण तो पहिलां पहिलां तो तूं फोटो भी वालियां रख लैंदा। भैन अंदर की भावना, वीर दीआं फोटोआं खिच के अखां नाल हिरदे च रखणीआं, ते वीर अंदर भैन दीआं फोटोआं खिच के अपने हिरदे च रखणीआं। आ चोरी कर रहा गा, ये चोरी तो कोई बचदा? मड़ी गौर करियो, हुण इत्थे आके गौर करन दा अपना हक बनदा। चलो ठीक आ भी एक दूजे वल तकना गुनाह नहीं, तकना जरूर आ, पर जिहड़ियां अंदर फोटोआं सेव कर कर रखी जाना ना, गुरु साहब जी कहंदे मन खोटा तन चोर। इत्थे तां गुरु दी फोटो खिच्चणी सी, गुरु ते ध्यान फोकस होना साडा, एक थां टिक टिकी लगनी सीगी, होर नहीं सी किते लगनी। चकोर वांग ना एक थां ध्यान होना सीगा, चकवी वांग एक थां ध्यान होना सीगा। ते ध्यान हुण गौर करियो, मैं दो गल्लां ना आपस विच आपां रल के साझीआं करनिआं ने। वाहिगुरू भला करे, गुस्सा ना मनाओ, तुसीं बाहले सियाणे हो, नजायज़ सियाणे हो तुसीं, तुहाडे ते बहुत बख्शिश आ, छेवें पातशाह दी गुरु साहब दी किरपा गी। देखो तुसीं सारे गुरु वल मूंह करके बहने हो, हक बनदा, हक बनदा ना गुरु वल जां बुलारे वल। इत्थे नहीं, चलो इत्थे बहुतां दा सुभाਅ हुंदा, तुसीं होर जिथे मर्जी जाके वेख लिओ, ज़्यादातर गुरु वल मूँह नहीं हुंदा गा। जिधरों संगत आउंदी आ ते जिथे जाके नमस्कार हुंदी आ, उधर नूं मूँह हुंदा। ओ लोग फोटोआं खिचदे ने, उन्हां नूं कहा कहंदा आ चोर आ बाबा नानक। मैं नहीं कहंदा गा, गुरु नानक साहब जी 799 नंबर पन्ने ते कहंदे ने। तू कहंदे मन करके खोटा, क्यों खोट तां अपने आप ही आ गया, मन ने दस्सिआ नहीं किसी नूं, ना तां अपनी धी भी नाल ही है ना, धी नूं भी नहीं दस्सिआ भी मैं काम कर रहा गा, अपनी पत्नी भी नाल आ, पत्नी नूं भी नहीं दस्सिआ मैं काम कर रहा गा, अपने बच्चे परिवार नाल उन्होंने दस्सिआ नहीं मैं काम कर रहा गा। मन च खोट बन गया ते तन चोर बन गया, अखां चोरी करी जांदियां ने, ऐ चोरी करी जांदियां ने। वो चोरी दे चक्कर च गुरु वल ध्यान नहीं गया, मन खोटे
ਤਨ ਚੋਰ। ਹੁਣ ਹੋਇਆ ਕੀ ਸੀ, ਇੱਕ ਭਾਉ ਲੱਥੀ ਨਹਾਤਿਆਂ ਗਿਆ ਸੀ ਨਹਾਉਣ ਵੀ ਮੈਂ ਸਾਫ਼ ਹੋ ਕੇ ਆਵਾਂਗਾ, ਆਪਣੇ ਜੀਵਨ ਦੇ ਵਿੱਚੋਂ ਪਾਪ ਕੱਢ ਕੇ ਆਵਾਂਗਾ। ਮੰਨਿਆ ਜਾਂਦਾ ਨਾ ਵੀ 68 ਤੀਰਥਾਂ ਦਾ ਇਸ਼ਨਾਨ ਕਰਨ ਦੇ ਨਾਲ ਬੰਦੇ ਦੇ ਸਾਰੇ ਜਿੰਨੇ ਜ਼ਿੰਦਗੀ ਦੇ ਬੁਰੇ ਕਰਮ ਨੇ ਉਹਨਾਂ ਦੀ ਮੈਲ ਉਤਰ ਜਾਂਦੀ ਆ। ਗੁਰੂ ਕਹਿੰਦਾ, ਦਾਸ ਕਹਿੰਦਾ ਹੈ ਕਦੇ ਵੀ ਨਹੀਂ ਉਤਰਦੀ। ਜਦ ਬਿਲਕੁਲ ਭੁਲੇਖਾ ਹੀ ਨਾ ਰੱਖੋ ਕਿ ਸਾਡੀ ਮੈਲ ਉਤਰ ਜੂ, ਨਾ 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 ਨਾ। ਹੋਰ ਮੈਲ ਕਿਵੇਂ ਉਤਰਦੀ ਆ? ਮੈਲ ਤਾਂ ਗੁਰੂ ਦੇ ਗਿਆਨ ਨਾਲ ਉਤਰਦੀ ਆ। ਭਰੀ ਹੈ ਮਤ ਪਾਪਾਂ ਕੈ ਸੰਗ, ਆ ਪਾਪਾਂ ਦੀ ਮੈਲ ਨਾਲ ਭਰੀ ਵੀ ਨਾ ਮਤ ਜਿਹੜੀ, ਇਹਦੇ ਨਾਲ ਗੁਰੂ ਦੇ ਗਿਆਨ ਨਾਲ ਮੈਲ ਉਤਰਦੀ ਹੈ, ਉਦਾਂ ਨਹੀਂ ਉਤਰਦੀ ਗੀ। ਅੱਜ ਦਾ ਹੁਕਮਨਾਮਾ ਤੁਸੀਂ ਬੋਰਡ ਤੇ ਪੜ੍ਹ ਕੇ ਆਓਗੇ, ਜਾਂਕੈ ਦਰਸ ਕੋਟ ਪਾਪ ਉਤਾਰੇ। ਗੁਰੂ ਕਹਿੰਦਾ ਵੀ ਜਿਹਦੇ ਦਰਸ਼ਨ ਕਰਨ ਦੇ ਨਾਲ ਨਾ ਕਰੋੜਾਂ ਪਾਪ ਉਤਰ ਜਾਂਦੇ ਨੇ। ਤੁਸੀਂ ਸਿਆਣਿਓ, ਦਰਸ਼ਨ ਤੋਂ ਭਾਵ ਕੁਝ ਸੁਣਨਾ ਕੁਝ ਬੋਲਣਾ, ਕਿਉਂਕਿ ਗੁਰੂ ਨਾਨਕ ਅੱਖਾਂ ਦੇ ਦਰਸ਼ਨ ਨੂੰ ਨਹੀਂ ਦਰਸ਼ਨ ਮੰਨਦਾ ਗਾ। ਗੁਰੂ ਨਾਨਕ ਕੁਝ ਸੁਣਨ ਨੂੰ ਤੇ ਕੁਝ ਬੋਲਣ ਨੂੰ ਦਰਸ਼ਨ ਮੰਨਦਾ। ਗੁਰੂ ਨਾਨਕ ਜਿਨ ਸੁਣਿਆ ਉਹਨਾਂ ਨੇ ਵੇਖਿਆ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸਿਫਰ ਗਰਵਾਸ ਨਾ ਭਰਿਆ ਰੇ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ, ਭਾਈ ਕਿਸੇ ਵੀ ਤੀਰਥ ਤੇ ਸਪੈਸ਼ਲ ਇਸ਼ਨਾਨ ਕਰਨ ਦੇ ਨਾਲ ਮਨ ਦਾ ਖੋਟ ਗਰੰਟੀ ਆ ਦੂਰ ਨਹੀਂ ਹੁੰਦਾ। ਬਸ ਇਹ ਗੱਲ ਮੇਰੀ ਨਹੀਂ ਹੈ, ਨਾ ਗੁਰੂ ਘਰ ਦੇ ਪ੍ਰਬੰਧਕਾਂ ਦੀ ਆ, ਨਾ ਕਿਸੇ ਮੇਰੀ ਭੈਣ ਦੀ ਗੱਲ ਆ, ਨਾ ਕਿਸੇ ਵੀਰ ਦੀ ਗੱਲ ਆ। ਇਹ ਗੱਲ ਤਾਂ ਭਾਈ ਗੁਰੂ ਨਾਨਕ ਸਾਹਿਬ ਦੀ ਆ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਗਏ ਸੀ ਮੈਲ ਲਾਹੁਣ ਇੱਕ ਭਾਉ ਲੱਥੀ ਨਹਾਤਿਆਂ। ਅੱਗੇ ਬਾਬੇ ਨਾਨਕ ਨੇ 2 ਉਂਗਲਾਂ ਖੜੀਆਂ ਕੀਤੀਆਂ, ਕਹਿੰਦਾ ਗਿਆ ਸੀ ਤੂੰ ਮੈਲ ਲਾਹੁਣ, ਪਰ ਮੈਲ ਨਾਲ ਹੋਰ ਮੈਲ ਲੱਗ ਗਈ, ਮੈਲ ਨਾਲ ਹੋਰ ਮੈਲ ਲੱਗ ਗਈ। ਇਹ ਕੰਮ ਤੂੰ ਪਿੰਡਾਂ 'ਚ ਵੀ ਕੀਤੇ ਸੀ, ਇਹ ਕੰਮ ਸੱਥਾਂ 'ਚ ਵੀ ਕੀਤੇ ਸੀ, ਇਹ ਕੰਮ ਸਕੂਲਾਂ ਦੇ ਕਾਲਜਾਂ ਦੇ ਵੱਡੇ ਵੱਡੇ ਰੋਡਾਂ ਤੇ ਖੜ ਕੇ ਵੀ ਕੀਤੇ ਸੀ, ਆਹ ਕੰਮ ਵੱਡੇ ਵੱਡੇ ਬੱਸ ਸਟੈਂਡਾਂ ਦੇ ਵਿੱਚ ਵੀ ਕੰਮ ਕੀਤੇ ਸੀ। ਜਿਹੜੇ ਕੰਮ ਇੱਥੇ ਕਰੀ ਜਾਂਦਾ ਗਾ ਉੱਥੇ ਵੀ ਕੀਤੇ ਸੀ। ਉੱਥੋਂ ਦੇ ਕੀਤੇ ਹੋਏ ਬੁਰੇ ਕਰਮ ਇੱਥੇ ਮੈਲ ਲਾਉਣੀ ਸੀ ਵੀ ਮੈਥੋਂ ਗਲਤੀ ਹੋ ਗਈ, ਸੱਚੇ ਪਾਤਸ਼ਾਹ ਤੂੰ ਕਿਰਪਾ ਕਰ। ਪਰ ਚੰਦਰਿਆ ਉਹ ਮੈਲ ਦੇ ਨਾਲ ਹੋਰ ਮੈਲ ਤੂੰ ਹੋਰ ਲਾ ਲਈ। ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਆ ਸਹੋਰ। ਭਾ ਤੋਂ ਮੀਨਜ ਭਾਰ, ਭਾਰ ਲਾਹੁਣ ਆਇਆ ਸੀ ਪਰ ਭਾਰ ਚੜਾ ਕੇ ਮੁੜ ਗਿਆ। ਤੇ ਊਸ਼ੋ ਦਾ ਬਚਨ ਹੈ, ਵੈਸੇ ਤਾਂ ਸਾਡੀ ਦੁਨੀਆ ਨੇ ਉਹਨੂੰ ਮਾਨਤਾ ਦਿੱਤੀ ਨਹੀਂ। ਰਜਨੀਸ਼ ਊਸ਼ੋ ਨੂੰ ਸਾਡੇ ਲੋਕ ਪਤਾ ਆਪਾਂ ਨੂੰ ਵੀ ਜੋ ਸੱਚ ਬੋਲਦਾ ਸੱਚ ਲਿਖਦਾ ਉਹਦੇ ਖਿਲਾਫ ਹੀ ਹੁੰਦੇ ਨੇ ਜ਼ਿਆਦਾਤਰ। ਕੋਈ ਉਹਦੇ ਹੱਕ 'ਚ ਖੜਦਾ। ਉਹਨੇ ਲਿਖੀ ਸੀ ਗੱਲ, ਮੈਂ ਜ਼ਰੂਰ ਕਹਾਂਗਾ, ਬੁਰਾ ਨਾ ਮਨਾਇਓ। ਆਪਾਂ ਇੱਕ ਪਰਿਵਾਰ ਦੇ ਮੈਂਬਰ ਬੈਠੇ ਹਾਂ, ਕਿਉਂਕਿ ਆਪਣਾ ਬਾਪੂ ਸਾਰਿਆਂ ਦੇ ਸਾਹਮਣੇ ਬੈਠਾ ਗਾ। ਤੁਸੀਂ, ਮੈਂ, ਭੈਣਾਂ, ਆਪਾਂ ਭੈਣ ਭਾਈਆਂ, ਤੇ ਭੈਣ ਭਾਈਆਂ ਦੇ ਵਿੱਚ ਡਾਇਰੈਕਟ ਗੱਲਾਂ ਸਿੱਧੀਆਂ ਹੋ ਜਾਂਦੀਆਂ ਨੇ। ਜਦੋਂ ਕਿਤੇ ਨੂੰ ਸਮਝਾਉਣ ਦੀ ਗੱਲ ਹੋਵੇ ਨਾ, ਭਰਾ ਭੈਣ ਨੂੰ ਘੂਰ ਦਿੰਦਾ, ਭੈਣ ਭਰਾ ਨੂੰ ਵੀ ਕਹਿ ਦਿੰਦੀ ਹੈ ਵੀਰਾ ਤੇਰੇ 'ਚ ਆਹ ਗਲਤੀ ਆ, ਤੇ ਭਰਾ ਭੈਣ ਨੂੰ ਵੀ ਕਹਿ ਦਿੰਦਾ। ਉੱਥੇ ਮਤਲਬ ਕਿ ਕੋਈ ਅੰਦਰ ਮਨ ਦੇ ਵਿੱਚ ਸ਼ੰਕਾ ਨਹੀਂ ਹੁੰਦਾ। ਜਿੰਨਾ ਕੁ ਹੁੰਦਾ ਭਲੇ ਦੀ ਗੱਲ ਹੁੰਦੀ ਹੈ ਵੀ ਮੇਰੀ ਭੈਣ ਦਾ ਭਲਾ ਹੋਵੇ, ਭੈਣ ਦੇ ਅੰਦਰ ਹੁੰਦਾ ਵੀ ਮੇਰੇ ਭਰਾ ਦਾ ਭਲਾ ਹੋਵੇ। ਇੱਥੇ ਆਪਾਂ ਭੈਣ ਭਰਾ ਦੇ ਰੂਪ 'ਚ ਆ। ਤੇ ਉੱਥੇ ਊਸ਼ੋ ਨੇ ਜਿਹੜੀ ਗੱਲ ਕਹੀ ਆ ਨਾ, ਇੱਥੇ ਇਹ ਨਹੀਂ ਮੰਨਣਾ ਵੀ ਊਸ਼ੋ ਨੇ ਆਪਣੇ ਵੱਲੋਂ ਗੱਲ ਕਹੀ ਆ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕਰਕੇ ਉਦੋਂ ਬਾਅਦ ਇਹ ਗੱਲ ਕਹੀ ਆ। ਕਹਿੰਦਾ ਜ਼ਿਆਦਾ ਇਕੱਠ ਆ ਲੋਕਾਂ ਦਾ ਹੁੰਦਾ ਗਾ, ਉਦੋਂ ਗਾਂ ਤੁਸੀਂ ਖਾਲੀ ਥਾਂ ਭਰ ਲਿਓ। ਆਪਾਂ ਦੱਸਤਾ, ਇਸ਼ਾਰਾ ਕਰਤਾ, ਜ਼ਿਆਦਾ ਇਕੱਠ ਆ ਲੋਕਾਂ ਦਾ ਹੁੰਦਾ ਤੀਰਥਾਂ ਤੇ। ਹੇੜਾਂ ਮਾਫ ਕਰਨਾ, ਸੰਗਤਾਂ ਲਫ਼ਜ਼ ਕੀ ਵਰਤੇ, ਹੇੜਾਂ ਲੱਗ ਜਾਂਦੀਆਂ ਨਾ, ਉਹ ਹੇੜਾਂ ਆ ਲੋਕਾਂ ਦੀਆਂ ਹੁੰਦੀਆਂ ਨੇ। ਇਹ ਆਊਟਪੁੱਟ ਤੁਸੀਂ ਕੱਢ ਸਕਦੇ ਹੋ। ਰੱਬ ਦੇ ਪਿਆਰੇ ਤਾਂ ਉਦੋਂ ਜਾਣਗੇ ਜਦੋਂ ਕੋਈ ਵਹਿੰਦਾ ਨਾ ਹੋਵੇ। ਰੱਬ ਦੇ ਪਿਆਰੇ ਤਾਂ ਉਦੋਂ ਜਾਣਗੇ ਕਦੋਂ, ਜਦੋਂ ਕੋਈ ਨਾਲ ਗਲਤ ਤਸਵੀਰ ਬਣਾਉਣ ਵਾਲਾ ਨਾ ਹੋਵੇ। ਨਾ ਆਪਣੇ ਦਿਮਾਗ 'ਚ ਤਸਵੀਰ ਬਣਾਉਣ ਦਾ ਖਿਆਲ, ਨਾ ਤਾਂ ਕੋਈ ਮੇਰੀ ਤਸਵੀਰ ਬਣਾਵੇ, ਨਾ ਮੈਂ ਕਿਸੇ ਦੀ ਤਸਵੀਰ ਬਣਾਉਣੀ ਆ। ਰੱਬ ਦੇ ਪਿਆਰੇ ਉਦੋਂ ਜਾਂਦੇ ਨੇ। ਕੀ ਲਿਖਿਆ ਕਬੀਰ ਸਾਹਿਬ ਨੇ, ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ। ਰੱਬ ਨੂੰ ਮਿਲਣੇ ਜਾਣਾ ਨਾ, ਗੁਰੂ ਨੂੰ, ਸਾਥ ਨਾ ਤੱਕੀ ਕਿਸੇ ਦਾ, ਇਕੱਲੇ ਹੀ ਜਾਈ। ਤੇ ਮੇਰਾ ਸੁਭਾਅ ਕੀ ਆ, ਮੈਂ ਤਾਂ ਆਥਣੇ ਜਾਊਂਗਾ 4 ਵਜੇ, ਨਾ ਤਾਂ ਸੈਰ ਕਰ ਆਊਂਗਾ, ਨਾਲੇ ਲੋਕਾਂ ਨੂੰ ਮੂੰਹ ਦਿਖਾ ਆਊਂਗਾ ਵੀ ਆ ਮੈਂ ਜਾਨਾ ਨਹਾਤਾ ਧੋਤਾ, ਦੇਖੋ ਮੇਰੇ ਕਿੰਨੇ ਚੰਗੇ ਕੱਪੜੇ, ਕਿੰਨੇ ਵਧੀਆ ਬੂਟ, ਦੇਖੋ ਮੇਰੇ ਤਨ ਵੱਲ। ਨਾਲੇ ਤਾਂ ਮੈਂ ਦਿਖਾਊਂ, ਭਾਵਨਾ ਬਣ ਗਈ, ਤੇ ਦੇਖਣ ਵਾਲੇ ਮਗਰ ਆਪ ਹੀ ਤੁਰ ਪਏ। ਸਾਰਿਆਂ ਦੀ ਭਾਵਨਾ ਗੰਦੀ ਹੋ ਗਈ। ਗੁਰੂ ਸਾਹਿਬ ਨੇ ਤਾਈਓ ਇਹ ਘੂਰ ਕੇ ਗੱਲ ਕਹੀ ਆ, ਮਨ ਖੋਟੇ ਤਨ ਚੋਰ। ਤਾਈਓ ਕਿਹਾ, ਉਹਦਾ ਕਿਹੜਾ ਜੀ ਕਰਦਾ ਕਿਸੇ ਬਾਪੂ ਦਾ, ਨਾ ਪਿਤਾ ਦਾ ਜੀ ਨਹੀਂ ਕਰਦਾ ਮੈਂ ਆਪਣੀ ਧੀ ਨੂੰ ਮੰਦਾ ਕਵਾਂ, ਕਿਸੇ ਬਾਪੂ ਦਾ ਚਿੱਤ ਨਹੀਂ ਮੰਨਦਾ ਮੈਂ ਆਪਣੇ ਪੁੱਤ ਨੂੰ ਮੰਦਾ ਕਵਾਂ। ਪਰ ਇੱਕ ਦਿਨ ਕਹਿਣਾ ਪਿਆ, ਜਦੋਂ ਬਾਪੂ ਆਪਣਾ ਪੁੱਤ ਨਾ ਹੱਦ ਤੋਂ ਟੱਪ ਗਿਆ।
ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀ ਅਸ ਹੋਰ। ਅੱਗੇ ਬੜੀ ਵਧੀਆ ਗੱਲ ਕਹੀ ਆ ਪਾਤਸ਼ਾਹ ਜੀ ਕਹਿੰਦੇ ਨਾ ਬਾਹਰ ਧੋਤੀ ਤੁਮੜੀ। ਸਾਡਾ ਸੁਭਾਅ ਕੀ ਆ? ਬਾਹਰ ਧੋਤੀ ਤੁਮੜੀ। ਜਿਵੇਂ ਨਾ ਤੁਮੜੀ ਤੋਂ ਭਾਵ ਤੁੰਮਾ, ਤੇ ਜਿਹਨੂੰ ਆਪਾਂ ਕਹਿੰਦੇ ਕੌੜ ਤੁੰਮਾ, ਇਹ ਗੁਰੂ ਸਾਹਿਬ ਦੇ ਸ਼ਾਰਟਕਟ ਨਾਂ ਨੇਗੇ। ਤੁਮੜੀ ਤੁੰਮਾ, ਤੁੰਮੇ ਤੋਂ ਅੱਗੇ ਕੌੜ ਤੁੰਮਾ। ਜਿਹੜਾ ਕੌੜਾ ਹੁੰਦਾ ਇੱਕ ਆਪਣੇ ਖੇਤਾਂ 'ਚ ਹੁੰਦਾ ਨਾ, ਛੋਟਾ ਜਿਹਾ ਗੇਂਦ ਵਰਗਾ ਪਦਾਰਥ ਹੈਗਾ, ਗੁਰੂ ਸਾਹਿਬ ਕਹਿੰਦੇ ਉਹਨੂੰ ਜਿੰਨਾ ਮਰਜ਼ੀ ਧੋ ਲਓ। ਕਿਸੇ ਵਿਅਕਤੀ ਨੇ ਇੱਦਾਂ ਵੀ ਲਿਖਿਆ ਨਾ, ਤੁੰਮੇ ਵਿੱਚ ਮਠਾਸ ਪਾ ਕੇ, ਖੰਡ ਪਾ ਕੇ, ਤੇ ਮਠਾਸ ਨਹੀਂ ਆਉਂਦਾ ਉਹਦੇ 'ਚ, ਭਾਵੇਂ ਜਿੰਨਾ ਟਾਈਮ ਮਰਜ਼ੀ ਪਾ ਕੇ ਰੱਖੋ, ਉਹ ਆਪਣੀ ਕੁੜੱਤਣ ਗਵਾਉਂਦਾ ਨਹੀਂ ਹੈ, ਉਹ ਆਪਣੀ ਕੁੜੱਤਣ ਨਾ ਜਾਰੀ ਰੱਖਦਾ। ਹੁਣ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਕਹਿੰਦੇ ਕੌੜ ਤੁੰਮੇ ਨੂੰ, ਬਾਹਰ ਧੋਤੀ ਤੁੰਮੜੀ, ਕੌੜ ਤੁੰਮੇ ਨੂੰ ਜਿੰਨਾ ਮਰਜ਼ੀ ਧੋ ਕੇ ਖੰਡ 'ਚ ਲੇਪ ਕਰ ਦੋ, ਉਹਦੀ ਕੁੜੱਤਣ ਖਤਮ ਨਹੀਂ ਹੁੰਦੀ। ਹੁਣ ਇਹ ਕਿਹਨੂੰ ਕਹੀਏ ਗੱਲ? ਆਮ ਸਧਾਰਨ ਲੋਕਾਂ ਨੂੰ ਨਹੀਂ ਕਹੀਗੀ, ਆਮ ਸਧਾਰਨ ਸੰਗਤ ਨੂੰ ਨਹੀਂ ਗੁਰੂ ਸਾਹਿਬ ਨੇ ਗੱਲ ਕਹੀ। ਇਹ ਉਹਨਾਂ ਨੂੰ ਗੱਲ ਕਹੀ ਹੈ ਜਿਹੜੇ ਪਿਰਥੀ ਦੇ ਸੁਭਾਅ ਵਰਗੇ ਸੀ, ਇਹ ਉਹਨਾਂ ਨੂੰ ਗੱਲ ਕਹੀ ਹੈ ਜਿਹੜੇ ਦਾਸੂ ਦੇ ਸੁਭਾਅ ਵਰਗੇ ਸੀ, ਇਹ ਉਹਨਾਂ ਨੂੰ ਗੱਲ ਕਹੀ ਹੈ ਜਿਹੜੇ ਗੁਰੂ ਨਾਨਕ ਦੇ ਘਰ ਦਾ ਵਿਰੋਧ ਕਰਨ ਵਾਲੇ ਨੇ, ਉਹਨਾਂ ਨੂੰ ਗੱਲ ਕਹੀ ਆ। ਭਾਵੇਂ ਬਾਹਰੀ ਤੌਰ ਤੇ ਜਿੰਨਾ ਮਰਜੀ ਆਪਣੇ ਆਪ ਨੂੰ ਧੋ ਕੇ, ਆ ਸਰੀਰ ਕੀ ਹੈ? ਕੌੜ ਤੁੰਮਾ। ਇਹ ਸਰੀਰ ਰੂਪੀ ਕੌੜ ਤੁੰਮੇ ਨੂੰ ਜਿੰਨਾ ਮਰਜੀ ਧੋ ਕੇ ਖੰਡ ਨਾਲ ਲੇਪ ਕਰ ਲਾ ਸੱਜਣਾ, ਅੰਦਰੋਂ ਖੋਟਾਪਣ ਕਦੇ ਜਾਂਦਾ ਨਹੀਂਗਾ, ਅੰਦਰੋਂ ਖੋਟਾਪਣ ਦੂਰ ਨਹੀਂ ਹੁੰਦਾਗਾ। ਉਹ ਖੋਟਾਪਣ ਨਾ ਉਜਾਗਰ ਹੁੰਦਾ ਹੀ ਰਹਿੰਦਾ ਹੈਗਾ। ਬੁਰੀਆਂ ਗੱਲਾਂ, ਬੁਰੇ ਖਿਆਲ, ਭੈੜੀਆਂ ਗੱਲਾਂ, ਭੈੜਾ ਸੋਚਣਾ, ਗਲਤ ਕਿਸੇ ਤੇ ਪ੍ਰਭਾਵ ਪਾਉਣਾ, ਬਸ ਇਹ ਖੋਟਾ ਪਾਣਾਗਾ। ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਬਾਹਰੀ ਤੌਰ ਤੇ ਕੌੜ ਤੁੰਮੇ ਨੂੰ ਧੋ ਕੇ ਖੰਡ 'ਚ ਲੇਪ ਕਰਕੇ ਕੁੜੱਤਣ ਨਹੀਂ ਖਤਮ ਹੁੰਦੀ ਨਾ, ਜਿਹੜੇ ਲੋਕਾਂ ਦਾ ਸੁਭਾਅ ਆ ਬਣ ਜਾਵੇ, ਗੁਪਤ ਤੌਰ ਤੇ ਫੋਟੋਆਂ ਖਿੱਚਣੀਆਂ, ਉਹ ਕਿਹੜੀਆਂ ਅੱਖਾਂ ਨਾਲ, ਬਾਹਰੀ ਕੈਮਰੇ ਨਾਲ ਨਹੀਂ, ਉਹ ਖਿੱਚ ਲਓ ਕੋਈ ਗੱਲ ਨਹੀਂ, ਸਾਡੀਆਂ ਭੈਣਾਂ ਸਾਡੇ ਭਰਾ ਨੇ। ਕਿਸੇ ਸਿਆਣੇ ਨੇ ਬੜਾ ਸੋਹਣਾ ਕਿਹਾ, ਬੜਾ ਪਿਆਰਾ ਸ਼ਬਦ ਆ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸੇ ਨੂੰ ਦੇਖਣ ਤੋਂ ਰੋਕਿਆ ਨਹੀਂ, ਕਿਤੇ ਵੀ ਨਹੀਂ ਬਾਣੀ 'ਚ ਲਿਖਿਆ ਵੀ ਕਿਸੇ ਨੂੰ ਦੇਖਣਾ। ਭੈਣ ਨੂੰ ਵੀਰਾਂ ਵੱਲ ਤੇ ਵੀਰ ਨੂੰ ਭੈਣਾਂ ਵੱਲ ਦੇਖਣ ਤੋਂ ਕਿਤੇ ਵੀ ਨਹੀਂ ਰੋਕਿਆ। ਹਾਂ, ਜਿੱਥੇ ਰੋਕਿਆ ਉੱਥੇ ਮਾੜੀ ਭਾਵਨਾ ਨਹੀਂ ਰੱਖਣੀ। ਦੇਖਣਾ, ਵੀਰ ਭੈਣ ਨੂੰ ਤੱਕੇ, ਕਾਸ਼ ਰੱਬਾ ਇਹ ਭੈਣ ਨੂੰ ਰੰਗ ਰੂਪ ਕਿੰਨਾ ਦਿੱਤਾਗਾ, ਮੇਰੀ ਭੈਣ ਨਾਲੋਂ ਵੀ 4 ਗੁਣਾ ਸੋਹਣੀ ਆ, ਉੱਥੇ ਲਫ਼ਜ਼ਾ ਵਰਤਣਾ ਮੇਰੀ ਭੈਣ ਨਾਲੋਂ ਵੀ, ਤੇ ਭੈਣ ਆ ਮੇਰਾ ਵੀਰ ਨਾ, ਮੇਰੇ ਵੀਰ ਨਾਲੋਂ ਵੀ ਚੌਗੁਣਾ ਸੋਹਣਾਗਾ। ਤੇ ਸ਼ੁਕਰ ਕਿਹਦਾ ਕਰਨਾ? ਰੱਬ ਦਾ, ਜਿਹਨੇ ਮੀਨਾਕਾਰੀ ਕੀਤੀ ਆ, ਜਿਹਨੇ ਨੈਣ ਨਕਸ਼ਾ ਬਣਾਇਆ ਨਾ, ਸ਼ੁਕਰ ਉਹਦਾ ਕਰਨਾ। ਗੁਰੂ ਸਾਹਿਬ ਕਹਿੰਦੇ ਮੈਂ ਜਮੀ ਨਹੀਂ ਤੈਨੂੰ ਕਹਿੰਦਾ ਵੀ ਤੂੰ ਮਾੜਾ ਚੰਗਾ ਭਾਵ ਸੋਚ ਆਪਣੇ। ਆ ਹੁਣ ਦੀ ਸੰਗਤ ਅੱਡੋ ਅੱਡ ਬੈਠਣ ਲੱਗ ਗਈ ਵੀ ਇੱਕ ਪਾਸੇ ਭੈਣਾ ਇੱਕ ਪਾਸੇ ਵੀਰ। ਗੁਰੂ ਨਾਨਕ ਦੇ ਦਰਬਾਰ ਵਿੱਚ ਨਿਗਾਹ ਮਾਰ ਕੇ ਵੇਖੋ, ਸਾਰੇ ਇਕੱਠੇ ਬਹਿੰਦੇ ਸੀ, ਪਰ ਉਹਨਾਂ ਦੀ ਭਾਵਨਾ ਸ਼ੁੱਧ ਸੀ, ਉਹਨਾਂ ਦੀ ਭਾਵਨਾ ਸ਼ੁੱਧ ਸੀ। ਹੁਣ ਤਾਂ ਵੱਡੇ ਪ੍ਰੋਗਰਾਮਾਂ ਵਿੱਚ ਨਾਕਾਬੰਦੀ ਵੀ ਕੀਤੀ ਜਾਂਦੀ ਹੈ, ਰਸਤੇ 'ਚ ਨਾ ਇੱਕ ਦੂਜੇ ਦੇ ਦੇਖਣ ਤੋਂ ਮਨਾ ਕੀਤਾ ਵੀ ਇੱਧਰ ਤੱਕਣਾ ਨਹੀਂ ਆਪਾਂ। ਕਿਉਂ? ਸਾਡਾ ਖੋਟਾਪਣ ਦੇਖ ਕੇ ਉਹਨਾਂ ਨੂੰ ਇਹ ਪ੍ਰਬੰਧ ਕਰਨਾ ਪਿਆ ਵੀ ਵਿਚਾਲੇ ਨਾ ਕੋਈ ਪਰਦਾ ਪਾ ਦਿਓ ਵੀ ਇੱਧਰਲੀਆਂ ਭੈਣਾਂ ਨੂੰ ਵੀਰ ਨਾ ਦਿਸਣ ਤੇ ਵੀਰਾਂ ਨੂੰ ਭੈਣਾਂ ਦਿਸਣ। ਤੇ ਬਾਬਾ ਨਾਨਕ ਕਹਿੰਦਾ ਦੇਖੋ ਮੈਂ ਤਾਂ ਇਕੱਠਿਆਂ ਨੂੰ ਬਹਾਉਂਦਾ ਰਿਹਾ ਸਾਰਿਆਂ ਨੂੰ ਵੀ ਇਕੱਠੇ ਬਹਿ ਜਾਓ, ਕੋਈ ਗੱਲ ਨਹੀਂ, ਇਹ ਤਾਂ ਸਾਰਿਆਂ ਵਾਸਤੇ ਇੱਕੋ ਹੀ ਦਰਬਾਰ ਹੈਗਾ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਵੀ ਆਹ ਸਾਡੇ ਖੋਟੇਪਣ ਨੂੰ ਵੇਂਦਿਆਂ ਹੋਇਆਂ ਗੁਰੂ ਸਾਹਿਬ ਨੇ ਕਿਹਾਗਾ ਭਾਈ ਸਾਡਾ ਜਿਹੜਾ ਜੀਵਨ ਹੈ ਨਾ ਇਹ ਕੌੜ ਤੁੰਮੇ ਵਰਗਾਗਾ, ਤੇ ਕੌੜ ਤੁੰਮੇ ਦੇ ਵਿੱਚ ਜਿੰਨਾ ਮਰਜ਼ੀ ਰਸ ਪਾ ਦਿਓ, ਜਿੰਨਾ ਮਰਜ਼ੀ ਉਹਨੂੰ ਧੋ ਦਿਓ, ਉਹਦੇ ਵਿੱਚੋਂ ਕੁੜੱਤਣ ਖਤਮ ਨਹੀਂ ਹੁੰਦੀ। ਜਿਸ ਦਿਨ ਸਾਡਾ ਸੁਭਾਅ ਬਣ ਗਿਆ ਨਾ ਸਾਡੇ ਚੋਂ ਕੁੜੱਤਣ ਖਤਮ ਹੋ ਗਈ, ਗੁਰੂ ਨੇ ਗਿਆਨ ਦੇ ਰਾਹੀਂ ਮੈਲ ਕੱਢ ਦਿੱਤੀ। ਜਿੱਥੇ ਸਰੋਵਰ ਤੇ ਇਸ਼ਨਾਨ ਕੀਤਾ ਜਾਂ ਟੂਟੀਆਂ ਤੇ ਹੱਥ ਪੈਰ ਧੋ ਕੇ ਆਏ ਆ, ਉੱਥੇ ਆਪਣੀ ਮੈਲ ਵੀ ਲਾਹ ਜਾਂਦੀ, ਬਸ ਉਦੋਂ ਬਾਅਦ ਸਾਡਾ ਜੀਵਨ ਸੋਹਣਾ ਬਣ ਜਾਵੇਗਾ। ਫਿਰ ਸਾਡੇ ਜੀਵਨ 'ਚ ਨਾ ਮਠਾਸ ਆ ਜਾਊਗਾ। ਇੱਕ ਸਾਖੀ ਥੋੜਾ ਜਿਹਾ ਦ੍ਰਿਸ਼ਟਾਂਤ ਤੁਸੀਂ ਸੁਣਿਆ ਬਹੁਤ ਵਾਰੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵੀ ਵਾਪਰੀ ਆ ਇਹ ਸਾਖੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਵੀ ਵਾਪਰਦੀ ਆ, ਬਾਬਾ ਅਜੀਤ ਸਿੰਘ ਦੇ ਨਾਲ ਵੀ ਇਹ ਘਟਨਾ ਵਾਪਰੀ ਆ। ਤੇ ਇਹ ਘਟਨਾ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਲੈਣੀ ਆ। ਸ਼ਿਵਨਾਵ ਰਾਜੇ ਨੇ ਆਪਣੇ ਵੱਲੋਂ ਬੱਚੀਆਂ ਦਾ ਨਾਚ ਸ਼ੁਰੂ ਕਰਵਾਇਆ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵੇਲੇ ਸੁਣਿਆ ਹੈ ਸਾਰਾ ਕੁਝ। ਉੱਥੇ ਲੋਕ ਬੜੇ ਗਏ ਪਰ ਉੱਥੇ ਰੁਕ ਜਾਂਦੇ ਸੀ, ਉਦੋਂ ਗਾਹਾਂ ਧਿਆਨ ਨਹੀਂ ਸੀ ਜਾਂਦਾ ਅਗਲੇ ਦਾ। ਇੱਕ ਖੋਟਾਪਣ ਦੇਖਣਾ ਸੀਗਾ ਸ਼ਿਵਨਾਵ ਰਾਜੇ ਨੇ ਵੀ ਕਿਹਦੇ 'ਚ ਖੋਟਾਪਣ ਆ ਤੇ ਕਿਹਦੇ ਜੀਵਨ 'ਚ ਖੋਟਾਪਣ ਨਹੀਂ ਹੈ।
गए होर भी रुक गए, गया गुरु नानक भी रुकिया नहीं। उन्हें अपनियां धीआं नूं ना की कहा सी, गाछो पुत्री राजकुमार, मेरियां धीआं पुੱਤ तुसीं इहो ਜਿਹੇ नाच गाउण वाले काम करदे हो, सोहणे लगदे हो तुसीं। बाबे नानक दी बोली 'ਚ ही फर्क। बाबा नानक देखिया भी, तक्किया भी ਉਹਨਾਂ ਨੂੰ ਆਪਣੇ ਗਲ ਬੱਕੜੀ ਵੀ ਪਾਈ, ਪਰ ਪਾਈ ਕਿਹੜੇ ਗਾਚ ਆ? ਧੀਆਂ ਬਣਾ ਕੇ। ਮੇਰੀਆਂ ਧੀਆਂ ਇਹੋ ਜਿਹੇ ਨਾਚ ਨਹੀਂ ਕਰਦੀਆਂ ਹੁੰਦੀਆਂ, ਪੁੱਤ ਕੱਪੜੇ ਪਾਓ ਆਪਣੇ ਸਹੀ ਢੰਗ ਨਾਲ ਪਹਿਲਾਂ, ਫਿਰ ਆਪਾਂ ਗੱਲਬਾਤ ਕਰਾਂਗੇ। ਕੋਈ ਨਾ, ਮੈਂ ਤੁਹਾਡਾ ਬਾਪ ਬਣ ਕੇ ਆਇਆ ਨਾ, ਮੈਂ ਤੁਹਾਡੀ ਗੱਲਬਾਤ ਸੁਣੂੰਗਾ। ਤੇ ਅੱਛਾ, ਹੁਣ ਸ਼ਿਵ ਨਾਭ ਰਾਜੇ ਨੇ ਪਰਖ ਕਰਨ ਵਾਸਤੇ ਮੋਰਚਾਬੰਦੀ ਕੀਤੀ ਹੈ ਇੱਥੇ, ਵੀ ਪਰਖ ਕਰਨੀ ਹੈ ਵੀ ਕੌਣ ਗੁਰੂ ਨਾਨਕ ਆ। ਜਿਹੜਾ ਸੱਚਾ ਹੋਇਆ ਨਾ ਉਹ ਇਹਨਾਂ ਨੂੰ ਟੱਪ ਕੇ ਆਊਗਾ, ਪਰ ਜਿਹੜਾ ਸੱਚਾ ਸੀ ਨਾ ਉਹ ਟੱਪ ਕੇ ਨਹੀਂ ਆਇਆ। ਉਹ ਸ਼ਿਵ ਨਾਭ ਰਾਜੇ ਨੂੰ ਵੀ ਤਾਰ ਕੇ ਆਇਆ ਤੇ ਉਹ ਬੱਚੀਆਂ ਨੂੰ ਵੀ ਤਾਰ ਕੇ ਆਏਗਾ। ਜਾਦੂ, ਨੂਰਸ਼ਾ ਜਾਦੂਗਰ ਨਹੀਂ ਹੈ ਨਾ। ਜੀਵਨ ਦੇਖ ਲਓ, ਗਣਕਾ ਆਪਣਾ ਜੀਵਨ ਦੇਖ ਲਓ, ਪਰ ਤਾਰਤਾ ਗੁਰੂ ਨਾਨਕ ਸਾਹਿਬ ਨੇ। ਇਵੇਂ ਸਾਨੂੰ ਕਿਹਾ, ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਇਹ ਕੌੜ ਤੁਮੇ ਸਰੀਰ ਦੇ ਵਿੱਚੋਂ ਕੜੱਤਣ ਖਤਮ ਨਹੀਂ ਹੋ ਸਕਦੀ। ਕੜੱਤਣ ਖਤਮ ਹੋਣ ਦਾ ਕਾਰਨ ਗੁਰੂ ਨਾਨਕ ਦੇ ਦਰ ਤੇ ਆ ਕੇ ਕਹਿ, ਕੀ ਕਹਿਣਾਗਾ? ਤੀਰਥ ਨਹਾਵਣ ਜਾਊਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਤੇ ਸ਼ਬਦ ਵਿਚਾਰ ਕਿੱਥੇ ਕਿੱਥੇ ਹੁੰਦੀ ਆ? ਹੁਣ ਹਟ ਗਈ। ਮਾਫ ਕਰਨਾ ਤਾਂ ਆਪਣੇ ਵੱਡੇ ਭਾਗ ਨੇ, ਸੇਵਾ ਆਪਾਂ ਨੂੰ ਮੌਕਾ ਮਿਲਿਆ ਹੋਇਆ ਹੈਗਾ, ਤੁਹਾਨੂੰ ਵੀ ਸਾਨੂੰ ਵੀ। ਸ਼ਬਦ ਦੀ ਵਿਚਾਰ ਕਿੱਥੇ ਹੁੰਦੀ ਹੈ? ਗੌਰ ਕਰਕੇ ਦੇਖੋ। ਇੱਕ ਏਰੀਏ 'ਚ, ਇਲਾਕੇ 'ਚ ਕਾਪੀ ਪੈਨ ਲੈ ਕੇ ਗੇੜਾ ਕੱਢ ਦੋ, ਕਿੱਥੇ ਕਿੱਥੇ ਸ਼ਬਦ ਵਿਚਾਰ ਹੁੰਦੀ ਆ। ਆਹ ਤੀਰਥ ਕਿੱਥੇ ਕਿੱਥੇ ਹੈਗਾ? ਆ ਸਰੋਵਰ ਤੀਰਥ ਤਾਂ ਬਹੁਤ ਥਾਈਂ ਹੋਵੇਗਾ, ਆਹ ਤੀਰਥ ਕਿੱਥੇ ਕਿੱਥੇ ਆ? ਫਿਰ ਨਿਗਾਹ ਮਾਰ ਕੇ ਵੇਖੋ। ਜੇ ਇਹ ਤੀਰਥ ਕਿਤੇ ਨਹੀਂ ਹੈ, ਫਿਰ ਅਸੀਂ ਕੋਈ ਮੁਨਾਫਾ ਨਹੀਂ ਖੱਟ ਸਕਾਂਗੇ ਨਾਨਕ ਦੇ ਘਰ ਚੋਂ। ਫਿਰ ਗੁਰੂ ਸਾਹਿਬ ਨੇ ਕਿਹਾ, ਬਾਹਰ ਧੋਤੀ ਤੁੰਮੜੀ, ਅੰਦਰ ਵਿਸ। ਵਿਸ ਮੀਨਸ ਜ਼ਹਿਰ, ਅੰਦਰ ਵਿਸ ਨਕੋਰ। ਫਿਰ ਅਗਲੀ ਗੱਲ ਕੀ ਕਹੀ ਆ? ਸਾਧ ਭਲੇ ਅਣਨਾਤਿਆਂ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਫਿਰ ਗੁਰੂ ਸਾਹਿਬ ਨੇ ਉੱਥੇ, ਵਾਹਿਗੁਰੂ ਭਲਾ ਕਰੇ, ਇੱਥੇ ਫਿਰ ਖਿਆਲ ਬਣਾਇਓ, ਸਾਧ ਮੀਨਜ ਇਹ ਨਹੀਂ ਵੀ ਸਾਡਾ ਧਿਆਨ ਕਿਸੇ ਬਾਬੇ ਤੇ ਵਗ ਜੇ, ਵੀ ਕਿਸੇ ਉਹ ਸਾਧ ਦੀ ਗੱਲ ਆ ਨਾ। ਸਾਧ ਮੀਨਜ ਗੁਰੂ ਦੀ ਸੰਗਤ ਆ। ਸਾਧ ਮੀਨਜ ਗੁਰੂ ਦਾ ਸੱਚਾ ਸਿੱਖ, ਸੱਚਾ ਸੇਵਾਦਾਰ। ਜਿਹੜਾ ਸੇਵਾਦਾਰ ਕਾਹੀ ਸਿੱਖ ਸੀ, ਜਿਹੜਾ ਜਹਾਂਗੀਰ ਦੇ ਦਰਬਾਰ 'ਚ ਨਾ ਤਾਂ ਆਪਣੀ ਕੱਖਾਂ ਦੀ ਪੰਡ ਵੇਚੀ, ਮੁੱਲ ਨਹੀਂ ਪਾ ਸਕਿਆ ਜਹਾਂਗੀਰ, ਨਾ ਆਪਣਾ ਆਪ ਵੇਚਿਆ। ਉਹ ਸੱਚਾ ਸਿੱਖ ਜਿਹਨੇ ਕਹਿ ਦਿੱਤਾ, ਅਸੀਂ ਆ ਨਹਾਉਣ ਨਾਲੋਂ ਤਾਂ ਐਵੇਂ ਚੰਗੇ, ਆ ਨਹਾਉਣ ਨਾਲੋਂ ਤਾਂ ਅਸੀਂ ਐਵੇਂ ਚੰਗੇ। ਜਿੱਥੇ ਮਨ ਖੋਟਾ ਹੋਵੇ, ਤਨ ਚੋਰ ਹੋਵੇ, ਮਨ 'ਚ ਬੁਰਾਈਆਂ ਹੁੰਦੀਆਂ ਹੋਣ, ਆ ਨਹਾਉਣ ਨਾਲੋਂ ਤਾਂ ਅਸੀਂ ਐਵੇਂ ਚੰਗੇ। ਅਸੀਂ ਤਾਂ ਉਹ ਨਹਾਉਣ ਕਰਾਂਗੇ। ਕਿਹੜਾ ਨਹਾਉਣ? ਜਿਹੜਾ ਗੁਰੂ ਨਾਨਕ ਸਾਹਿਬ ਦੱਸਦਾਗਾ, ਸ਼ਬਦ ਵਿਚਾਰ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਵਾਂਗੇ। ਉਹ ਚਾਹੇ ਇੱਥੇ ਹੋਵੇ, ਚਾਹੇ ਧਰਮਸ਼ਾਲਾ, ਚਾਹੇ ਪਿੰਡ ਵਿੱਚ, ਚਾਹੇ ਘਰ ਵਿੱਚ, ਉਹ ਕਿਤੇ ਹੋਵੇ। ਜਿੱਥੇ ਸ਼ਬਦ ਵਿਚਾਰ ਆ ਨਾ, ਉਸ ਵਿਚਾਰ ਦੇ ਰਾਹੀਂ ਅਸੀਂ ਆਪਣੇ ਮਨ ਦੀ ਮੈਲ ਉਤਾਰਨੀ ਹੈ। ਸਾਧ ਭਲੇ ਅਣਨਾਤਿਆਂ। ਇੱਥੇ ਕਈ ਵਾਰ ਦੁਨਿਆਵੀ ਤੌਰ ਤੇ ਕੀ ਹੁੰਦਾਗਾ, ਕੋਈ ਨਹਾਉਣ ਪੱਖੋਂ ਆਲਸੀ ਹੋਵੇ ਨਾ, ਵੈਸੇ ਤਾਂ ਕੋਈ ਵੀ ਨਹੀਂਗਾ, ਚਲੋ ਬਹੁਤਿਆਂ ਦਾ ਸੁਭਾਅ ਹੁੰਦਾ ਨਹੀਂ ਨਹਾਉਣਾ, ਬਹੁਤਿਆਂ ਦਾ ਕਰਮ ਹੁੰਦਾ ਕਿੰਨੇ ਬਿਮਾਰ ਹੋਣ, ਉਹਨਾਂ ਨੇ ਨਹਾਉਣ ਧੋਣ ਦੀ ਕਿਰਿਆ ਆਪਣੀ ਸੰਭਾਲਣੀ ਆ। ਬਹੁਤਿਆਂ ਦਾ ਪੱਖ ਹੀ ਆ, ਉਹ ਜੀ ਬਾਣੀ 'ਚ ਲਿਖਿਆ, ਮੈਂ ਤਾਂ ਗੁਰਦੁਆਰੇ ਪੰਗਤੀ ਪੜ੍ਹ ਕੇ ਆਇਆ, ਸਾਧ ਤਾਂ ਬਿਨਾਂ ਨਾਤੀ ਠੀਕ ਰਹਿੰਦੇ ਨੇਗੇ। ਨਾਲ ਉਦਾਹਰਨ ਕੀ ਹੈ? ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਨੇ? ਇਦਾਂ ਦੇ ਪੱਖ ਬੋਲ ਜਾਂਦੇ ਨਾ, ਉਦਾਂ ਦਾ ਪੱਖ ਨਹੀਂ ਲੈਣਾ। ਸਾਧ ਭਲੇ ਅਣਨਾਤਿਆਂ ਤੋਂ ਭਾਵ ਅਸੀਂ ਮਾੜੀ ਸੰਗਤ ਜਾ ਕੇ ਰਾਜੀ ਨਹੀਂ ਹਾਂ ਭਾਈ, ਅਸੀਂ ਸਾਡਾ ਉੱਥੇ ਹੀ ਕੰਮ ਆ। ਜਿਹੜਾ ਹੀਰਾ ਨਾ, ਹੀਰਾ ਉਹਦਾ ਪਰਚੂਨ ਦੀ ਦੁਕਾਨ ਤੇ ਕੀ ਕੰਮ ਆ? ਕੱਪੜੇ ਦੀ ਦੁਕਾਨ ਤੇ ਕੀ ਕੰਮ ਆ ਉਹਦਾ ਢਾਬਿਆਂ ਤੇ ਕੀ ਕੰਮ ਆਗਾ? ਕਿਤੇ ਕੰਮ ਨਹੀਂ ਤਾਂ। ਅਸੀਂ ਕੀ ਆ? ਸਾਰੇ ਹੀਰੇ ਆ। ਸੱਚੀ ਮੁੱਚੀ ਜਾਣਿਓ, ਜੇ ਤੁਸੀਂ ਮੈਂ ਆਪਾਂ ਆਪਣੇ ਮੰਨ ਲਈਏ ਨਾ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਮੋਹਰ ਲੱਗੀ ਵੀ ਆ ਸਾਡੇ ਤਨ ਤੇ, ਜਿੱਥੇ ਮੋਹਰ ਲੱਗ ਗਈ ਉਹ ਚੀਜ਼ ਦੀ ਕਦਰ ਪੈ ਜਾਂਦੀ ਆ। ਮੋਹਰ 'ਚ ਬਹੁਤ ਤਾਕਤ ਆ ਨਾ। ਇਹ ਸਾਡੇ ਜੀਵਨ ਤੇ ਗੁਰੂ ਨਾਨਕ ਸਾਹਿਬ ਨੇ ਮੋਹਰ ਲਾਤੀ, ਅਸੀਂ ਬਣ ਗਏ ਹੀਰੇ। ਤੇ ਹੁਣ ਸਾਡਾ ਦੁਕਾਨਾਂ ਤੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਆ ਜੌਹਰੀ ਕੋਲ ਹੀ ਆਉਣਾ ਪਊ ਆਪਾਂ ਨੂੰ। ਇਹ ਜੌਹਰੀ ਕੋਲੇ ਆ ਕੇ ਫਿਰ ਗੁਰੂ ਦਾ ਆਪਾਂ ਇਉਂ ਕਹਿ ਲਓ ਵੀ ਖੁਸ਼ੀ ਆਨੰਦ ਦੀ ਦਾਤ ਪ੍ਰਾਪਤ ਕਰ ਸਕਦੇ ਹਾਂ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਤੇ ਮੈਂ ਇਹਨਾਂ ਚੋਰਾਂ ਵਿੱਚ ਕਦੇ ਵੀ ਜਾਵਾਂਗਾ ਨਹੀਂ। ਮੈਂ ਤਾਂ ਭਾਈ ਇਹਨਾਂ ਤੋਂ ਐਵੇਂ ਚੰਗਾ, ਇਹਨਾਂ ਤੋਂ ਪਾਸਾ ਵੱਟਿਆ ਹੀ ਚੰਗਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ, ਆਪੇ ਹੁਕਮ ਚਲਾਇਨ ਦਾ ਜਗ ਧੰਦਾ ਲਾਇਆ। ਉਹ ਗੁਰੂ ਆਪ ਹੀ ਹੁਕਮ ਦੇ ਵਿੱਚ ਬੰਨ੍ਹ ਕੇ ਸਾਨੂੰ ਧੰਦੇ ਤੇ ਕੰਮ ਦੇ ਵਿੱਚ ਜੋੜ ਕੇ ਰੱਖਿਆ ਹੋਇਆ। ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਗੁਰੂ ਕੋਲੋਂ ਮੈਨੂੰ ਅਸਲੀ
सच्चा सुख प्राप्त हो जाता है। दह दिस ये मन धावदा गुर ठाक रहाया। मेरा मन आ ना जिहड़ा दसे दसावां विच भज्जिया फिरदा सी, गुरु ने नत्थ पा लई, इहनूं नत्थ पा के ना एक थां ते बन्ह के बहा लिया, इत्थे रुक जा। दह दिस मन धावदा, एक ठाक रहाया। ठाक मीनज थां, एक थां ते मैनूं गुरु ने घेर के बहा लिया होना। ते गुरु जिन्हां नूं सरीरक तल ते घेरदा ना, शायद वो पास नहीं हुंदे। ਜਿਹੜੇ ਮਨ ਦੇ ਤਲ ਤੇ ਘੇਰੇ ਜਾਂਦੇ ਨੇ ਉਹ ਗੁਰੂ ਕੋਲੇ ਆਪਣੀ ਸਹੀ ਦੀ ਟਿੱਕ ਲਵਾ ਲੈਂਦੇ ਨੇ। ਪੱਖ ਨੇ ਦੋ, ਇੱਕ ਸਰੀਰ ਕਰਕੇ ਘਿਰਨਾ, ਜਿਹਨੂੰ ਆਪਾਂ ਕਹਿ ਦਈਏ ਰਸਮ। ਇੱਕ ਹੁੰਦਾ ਮਨ ਕਰਕੇ ਗੁਰੂ ਕੋਲੇ ਰੁਕਣਾ। ਮਨ ਕਰਕੇ ਗੁਰੂ ਕੋਲੇ ਕਿੰਨੇ ਰੁਕਦੇ ਨੇ, ਉਹ ਪਾਸ ਨੇ। ਜਿਹੜੇ ਸਰੀਰ ਕਰਕੇ ਰੁਕੇ ਨੇ, ਜਿਨ੍ਹਾਂ ਦੀ ਮਜਬੂਰੀ ਜੀ ਬਣ ਗਈ ਨਾ, ਚੱਲ ਕੋਈ ਗੱਲ ਨਹੀਂ, ਹੁਣ ਕਦੋਂ ਤਾਂ ਸਮਾਪਤੀ ਕਰਨਗੇ, ਮਜਬੂਰੀ ਜੀ ਬਣ ਗਈ, ਉਹ ਪਾਸ ਨਹੀਂ ਹੁੰਦੇ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਫਿਰ ਅੱਗੇ ਪਾਤਸ਼ਾਹ ਜੀ ਲਿਖਦੇ ਨੇ, ਨਾਵੈ ਨੂੰ ਸਭ ਲੋਚਦੀ ਗੁਰਮਤੀ ਪਾਇਆ, ਧੁਰ ਲਿਖਿਆ ਮੇਟ ਨਾ ਸਕੀਏ। ਜੋ ਹਰ ਲਿਖ ਪਾਇਆ, ਜੋ ਸਾਡੇ ਕਰਮਾਂ ਦੇ ਮੁਤਾਬਕ ਅਸੀਂ ਆਪਣੇ ਜੀਵਨ ਵਿੱਚ ਲਿਖਤ ਛਾਪ ਲਈ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ। केवल गुरु तो बिना, एक रब तो बिना, एक परमात्मा तो बिना। फिर आपां इउं करिए रल के, आपां अपने जीवन विच गलत छाप छप गई ना, मतलब कापी साफ आ ना, वो ते गलत लफ्ज लिखो ही ना, फिर उं ढावांगे मटेवांगे, मिटे ना मिटे। मिटेण ते बाद भी वो अपनी छाप उत्थे थां छड्ड जांदी आ, वो लिखत। बस जे कोरा मन है, कापी कोरी है ना, ये ते चंगे गुण ही लिखीए। चंगे गुणां दी कदर नानक दे घर विच है। सो अज दी विचार इत्थों तक समाप्त है। बोलदियां तो बड़ियां भुल्लां रह जांदियां ने, गुरु ते गुरु की संगत बख्शण योग है। सब दा धन्नवाद जी। वाहिगुरू जी का खालसा, वाहिगुरू जी की फतेह।